ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਬਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਪੰਜਵਾ ਘਰ ਪੰਜਵਾ ਦੁਪਦੇ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਾਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਟੋਡੀ ਰਾਗਣੀ ਵਿੱਚ ਪੰਜਵੇਂ ਸੁਰਤਾਲ ਦੇ ਅੰਦਰ ਦੋ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਉਪਕਾਰ ਜਨਾਉਂਦੇ ਹੋਏ ਜਗਿਆਸੂ ਵੱਲੋਂ ਨਿਮਰਤਾ ਸਹਿਤ ਇਹ ਭਾਵ ਪ੍ਰਗਟ ਕਰਦੇ ਹਨ। ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਮੇਰੇ ਤੇ ਪਰਮੇਸ਼ਰ ਜੀ ਨੇ ਅਜਿਹਾ ਉਪਕਾਰ ਕੀਤਾ ਹੈ। ਪੰਜ ਦੋਖ ਅਰ ਅਹੰ ਰੋਗ ਇਹ ਭਾਵ ਜਗਿਆਸੂ ਦੀ ਉਸ ਵੇਲੇ ਦੀ ਅਵਸਥਾ ਹੈ ਜਦੋਂ ਹਿਰਦੇ ਵਿੱਚੋਂ ਸਾਰੇ ਵਿਕਾਰ ਮੇਟ ਕੇ ਵਾਹਿਗੁਰੂ ਨਾਲ ਮਿਲਾਪ ਹੋਇਆ। ਫਿਰ ਵਾਹਿਗੁਰੂ ਦੇ ਧੰਨਵਾਦ ਅੰਦਰ ਕਹਿੰਦੇ ਨੇ ਕਿ ਜਿਹੜੇ ਪੰਜ ਦੋਸ਼ ਸ਼ਬਦ ਭਾਵ ਆਵਾਜ਼ ਸੁਣਨ ਦਾ ਵਿਸ਼ਾ ਜਿਵੇਂ ਹਰਨ ਨੂੰ ਹੈ, ਸਪਰਸ਼ ਚਮੜੀ ਦਾ ਵਿਸ਼ਾ ਜਿਹੜਾ ਹਾਥੀ ਨੂੰ ਹੈ, ਰੂਪ ਅੱਖਾਂ ਨਾਲ ਵੇਖਣ ਦਾ ਵਿਸ਼ਾ ਜਿਹੜਾ ਪਤੰਗੇ ਨੂੰ ਹੈ, ਰਸ ਜ਼ਬਾਨ ਦਾ ਵਿਸ਼ਾ ਜੋ ਮੱਛੀ ਨੂੰ ਹੈ, ਗੰਧ ਨੱਕ ਨਾਲ ਸੁਗੰਧੀ ਲੈਣ ਦਾ ਵਿਸ਼ਾ ਜਿਹੜਾ ਭੌਰੇ ਨੂੰ ਹੈ। ਇਹ ਤਾਂ ਇਹਨਾਂ ਵਿੱਚ ਇੱਕ ਇੱਕ ਵਿਸ਼ੇ ਹਨ ਇੱਕ ਇੱਕ ਜੀਵ ਦੇ ਵਿੱਚ, ਅਤੇ ਪਰ ਇਨਸਾਨ ਦੇ ਵਿੱਚ ਪੰਜੇ ਹੀ ਵਿਸ਼ੇ ਹਨ। ਇਹ ਨਿੰਦਿਆ ਚੁਗਲੀ ਵਿਕਾਰਾਂ ਵਾਲੇ ਬਚਨ ਸੁਣਦਾ ਵੀ ਹੈ, ਸੋ ਸਪਰਸ਼ ਵੀ ਕਰਨਾ ਚਾਹੁੰਦਾ ਹੈ, ਬਗਾਨੀ ਇਸਤਰੀ ਦਾ ਰੂਪ ਵੀ ਦੇਖਦਾ ਹੈ, ਲਲਚਾਈ ਅੱਖਾਂ ਦੇ ਨਾਲ ਚੋਰੀ ਮਿਰਗ ਅੰਗੂਰੀ ਖਾਏ, ਜ਼ਬਾਨ ਦਾ ਰਸ ਵੀ ਹੈ, ਸੋ ਅਖਾਧ ਚੀਜ਼ਾਂ ਨੂੰ ਖਾਂਦਾ ਹੈ, ਸੁਗੰਧੀ ਦਾ ਵਿਸ਼ਾ ਵੀ ਹੈ। ਸੋ ਜਗਿਆਸੂ ਜਿਹਦੇ 'ਤੇ ਕਿਰਪਾ ਹੋ ਗਈ ਹੈ ਉਹ ਬੇਨਤੀ ਕਰਦਾ ਹੈ ਕਿ ਜਿਹੜੇ ਵਿਸ਼ੇ ਨੇ ਹਰੇਕ ਵਿੱਚ ਹਨ, ਕਿਸੇ ਦੇ ਜਾਂਦੇ ਨਹੀਂ, ਉਤਰਦੇ ਨਹੀਂ, ਕੰਟਰੋਲ ਵਿੱਚ ਨਹੀਂ ਹੁੰਦੇ, ਪਰ ਵਾਹਿਗੁਰੂ ਜੀ ਨੇ ਐਸੀ ਸਾਡੇ 'ਤੇ ਕਿਰਪਾ ਕੀਤੀ ਹੈ। ਸੋ ਜਿਹੜਾ ਇੱਕ ਇੱਕ ਵਿਸ਼ਾ ਇੱਕ ਇੱਕ ਜੀਵ ਨੂੰ ਮਾਰਨ ਦੇ ਸਮਰੱਥ ਸੀ, ਅਤੇ ਉਹ ਪੰਜੇ ਹੀ ਵਿਸ਼ੇ ਸਾਡੇ ਮਨ ਦੇ ਉੱਪਰ ਪਹਿਲਾਂ ਹਾਵੀ ਸਨ, ਸਾਡੀ ਪੇਸ਼ ਨਹੀਂ ਸੀ ਜਾਂਦੇ। ਭਗਤ ਰਵਿਦਾਸ ਜੀ ਨੇ ਇਸ ਬਾਬਤ ਉਚਾਰਨ ਕੀਤਾ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼
ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤ ਗਿਆਸ। ਸਾਡੇ ਬਚਨ ਦੀ ਕੋਈ ਉਮੀਦ ਨਹੀਂ ਸੀ, ਪਰ ਪਰਮਾਤਮਾ ਨੇ ਸਾਡੇ 'ਤੇ ਉਪਕਾਰ ਕੀਤਾ। ਜਿਹੜੇ ਸਾਡੇ ਪੰਜ ਦੋਸ਼ ਸਨ ਅਤੇ ਹੰਗਤਾ ਦਾ ਜਿਹੜਾ ਰੋਗ ਸੀਗਾ, ਸੋ ਕਾਮ ਰੋਗ ਮੈਗਲ ਬਸ ਲੀਨਾ ਅਤੇ ਹਉਮੈ ਰੋਗ ਮਨ ਕੋ ਦੀਨਾ, ਇਹ ਜਿਹੜੇ ਰੋਗ ਸੀ ਵਿਕਾਰਾਂ ਦੇ, ਇਹ ਤਨ ਤੇ ਸਗਲ ਦੂਰ ਕੀਨਾ। ਇਹ ਸਾਰੇ ਹੀ ਵਿਸ਼ੇ ਵਿਕਾਰ ਸਾਡੇ ਸਰੀਰ ਤੋਂ ਵਾਹਿਗੁਰੂ ਜੀ ਨੇ ਦੂਰ ਕਰ ਦਿੱਤੇ, ਭਾਵ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਬੰਧਨ ਤੋਰ ਛੋਰ ਵਿਖਿਆ ਤੇ। ਪਰਮੇਸ਼ਰ ਜੀ ਨੇ ਜੰਮਣ ਮਰਨ ਦੇ ਬੰਧਨ ਜੰਜਾਲ ਤੋੜ ਕੇ ਮਾਇਆ ਤੋਂ ਖਹਿੜਾ ਛੁਡਵਾ ਕੇ ਗੁਰ ਕੋ ਸ਼ਬਦ ਮੇਰਾ ਹੀਰਾ ਦੀਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਸਾਡੇ ਹਿਰਦੇ ਵਿੱਚ ਵਸਾ ਦਿੱਤਾ ਹੈ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਪਾਪ ਦੂਰ ਕਰਨ ਲਈ ਕੀਤੇ ਕਰਮ ਭਾਵ ਤਪ ਅਤੇ ਨਿਸ਼ਚੈ ਨਾਲ ਕੀਤੇ ਕਰਮ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ। ਸੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਰੂਪ ਗੁਰਾਂ ਦੇ ਉਪਦੇਸ਼ ਸਦਕਾ ਮੇਰਾ ਸੋਹਣਾ ਰੂਪ ਅਰ ਅਨਰੂਪ ਕਰੂਪ ਭਾਵ ਸੁੰਦਰਤਾ ਤੋਂ ਰਹਿਤ ਉਹਨੇ ਕੁਝ ਵੀ ਨਹੀਂ ਵਿਚਾਰਿਆ। ਭਾਵ ਸੁੰਦਰ ਰੂਪ ਤਾਂ ਸਾਡਾ ਹੈ ਹੀ ਨਹੀਂ ਸੀ ਅਤੇ ਕਰੂਪ ਉਹਨੇ ਦੇਖਿਆ ਹੀ ਨਹੀਂ, ਜਾਂ ਵੇਖ ਕੇ ਅਤੇ ਭੁਲਾ ਦਿੱਤਾ। ਭਾਵ ਕੁਝ ਵਿਚਾਰਿਆ ਹੀ ਨਹੀਂ ਵੀ ਕਰੂਪ ਹੈ। ਇਹ ਵਿਚਾਰ ਨਹੀਂ ਕੀਤੀ ਕਿ ਰੂਪ ਦਿਲ ਦੀ ਸਫਾਈ ਵਾਲਾ ਹੈ ਜਾਂ ਬੇਸਫਾਈ ਵਾਲਾ ਹੈ। ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ। ਮੈਨੂੰ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਪਕੜਿਆ ਹੋਇਆ ਵੇਖ ਕੇ ਹਰੀ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਪ੍ਰੇਮ ਰੰਗ ਦੇ ਵਿੱਚ ਭਿਉਂ ਲਿਆ ਹੈ। ਜਾਂ ਜਦੋਂ ਪਰਮੇਸ਼ਰ ਨੇ ਪ੍ਰੇਮ ਨਾਲ ਮੈਨੂੰ ਪਕੜ ਲਿਆ ਤਾਂ ਆਪ ਵੀ ਹਰੀ ਸਾਡੇ ਪ੍ਰੇਮ ਦੇ ਵਿੱਚ ਭਿੱਜ ਗਿਆ। ਜਾਂ ਮੈਨੂੰ ਗੁਰਾਂ ਨੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਜਾਣ ਕੇ ਪ੍ਰੇਮ ਦੇ ਨਾਲ ਪਕੜ ਕੇ ਉਹਦੇ ਸਰੂਪ ਦੇ ਵਿੱਚ ਏਕਤਾ ਕਰ ਦਿੱਤੀ ਹੈ। ਵੇਖਿਓ ਲਾਲਨ ਪਾਟ ਬੀਚ ਖੋਏ। ਜਿਸ ਵਕਤ ਗੁਰਾਂ ਨੇ ਹਿਰਦੇ ਦੇ ਵਿੱਚੋਂ ਸੋ ਭਰਮ ਪੰਜ ਕੋਸ਼ਾਂ ਰੂਪ ਪਾਠ ਪੜ੍ਹਦੇ ਨੂੰ ਦੂਰ ਕੀਤਾ ਤਾਂ ਵੇਖਿਓ ਲਾਲਣ ਪਿਆਰੇ ਪਰਮੇਸ਼ਰ ਨੂੰ ਵੇਖ ਲਿਆ, ਭਾਵ ਉਸ ਦੀ ਸਾਖਿਆਤਕਾਰ ਹੋ ਗਈ। ਆਨੰਦ ਚੇਤਾ ਹਰਖੇ ਪਤੀਨ। ਹਰ ਸੁਖ ਸਰੂਪ ਪਰਮੇਸ਼ਰ ਦੇ ਵਿੱਚ ਭਰੋਸਾ ਹੋਣ ਕਰਕੇ ਚਿੱਤ ਪ੍ਰਸੰਨ ਹੋ ਗਿਆ, ਭਾਵ ਆਨੰਦਿਤ ਹੋ ਗਿਆ। ਤਿਸ ਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਉਸੇ ਪਰਮੇਸ਼ਰ ਦਾ ਹੀ ਸੰਸਾਰ ਰੂਪ ਘਰ ਜਾਂ ਪ੍ਰਤੱਖ ਘਰ ਜਾਂ ਮੇਰਾ ਹਿਰਦਾ ਰੂਪੀ ਘਰ ਹੈ ਅਤੇ ਉਹੀ ਪਰਮੇਸ਼ਰ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨੇ ਵਾਲਾ ਹੈ। ਸੋ ਠਾਕੁਰ ਤਿਸ ਹੀ ਕੋ ਧੀਨ। ਉਹੀ ਮੇਰਾ ਮਾਲਕ ਹੈ, ਉਸ ਦੇ ਹੀ ਅਧੀਨ ਮੈਂ ਉਸ ਦਾ ਸੇਵਕ ਹਾਂ। ਜਾਂ ਤਾਂ ਲੋਕੀ ਦਾ ਮਾਲਕ ਹੈ ਅਤੇ ਉਸੇ ਦੇ ਅਧੀਨ ਹੀ ਸਾਰੀ ਸ੍ਰਿਸ਼ਟੀ ਹੈ। ਜਾਂ ਅਸੀਂ ਉਸੇ ਪਰਮੇਸ਼ਰ ਦਾ ਹੀ ਧਿਆਨ ਕਰਦੇ ਭਾਵ ਉਹਨੂੰ ਧਿਆਉਂਦੇ ਹਾਂ, ਜਾਂ ਉਸੇ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਅੰਨ-ਦਾਣਾ ਖਾਂਦੇ ਹਾਂ। ਟੋਡੀ ਮਹੱਲਾ ਪੰਜਵਾ। ਟੋਡੀ ਰਾਗਨੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ। ਮਾਈ ਇਹ ਮਾਈ, ਇਹ ਭਾਈ ਜਾਂ ਮਾਤਾ ਪਿਤਾ ਦੀ ਤਰ੍ਹਾਂ
ਇਹ ਸੰਤ ਜਨੋ ਮੇਰੇ ਮਨ ਕੀ ਪ੍ਰੀਤ ਮੇਰੇ ਮਨ ਦੇ ਅੰਦਰ ਵਾਹਿਗੁਰੂ ਨਾਮ ਦੀ ਪ੍ਰੀਤੀ ਲੱਗੀ ਹੋਈ ਹੈ। ਇਹੀ ਕਰਮ ਧਰਮ ਜਪ ਇਹੀ ਇਹੀ ਮੇਰੇ ਨਿਤ ਨਿਮਿਤ ਪ੍ਰਾਚਿਤ ਕਰਮ ਯੱਗ ਆਦਿ ਕਰਨ ਦਾ ਧਰਮ ਅਤੇ ਇਹੀ ਗਾਇਤਰੀ ਆਦਿਕ ਦਾ ਜਪ ਹੈ। ਰਾਮ ਨਾਮ ਨਿਰਮਲ ਹੈ ਰੀਤ ਜੋ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਉਜਲ ਮਰਿਆਦਾ ਪ੍ਰਾਪਤ ਹੋਈ ਹੈ, ਇਹੀ ਸਾਡਾ ਨਿਤ ਨਿਮਿਤ ਕਰਮ ਹੈ। ਇਹੀ ਸੋ ਪ੍ਰਾਸ਼ਚਿਤ ਕਰਮ ਯੱਗ ਆਦਿ ਕਰਨ ਦਾ ਧਰਮ ਅਤੇ ਇਹੀ ਗਾਇਤਰੀ ਆਦਿਕ ਮੰਤਰ ਦਾ ਜਾਪ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਪ੍ਰਾਨ ਆਧਾਰ ਜੀਵਨ ਧਨ ਮੂਰੈ ਪ੍ਰਾਣਾਂ ਦਾ ਆਸਰਾ ਤੇ ਜੀਵਨ ਰੂਪ ਧਨ ਮੇਰਾ ਇਹੀ ਹੈ। ਦੇਖਨ ਕਉ ਦਰਸ਼ਨ ਪ੍ਰਭ ਨੀਤ ਜੋ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖਣ ਨੂੰ ਨਿਤਾ ਪ੍ਰਤੀ ਮੇਰਾ ਚਿੱਤ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਬਾਟ ਘਾਟ ਤੋਸਾ ਸੰਗ ਮੂਰੈ ਦੁਨੀਆ ਦੇ ਵਿਹਾਰਾਂ ਜਮਾਂ ਦੇ ਰਸਤੇ ਤੇ ਨਦੀਆਂ ਦਰਿਆਵਾਂ ਦੇ ਘਾਟਾਂ ਜਾਂ ਗਿਆਨ ਆਦਿਕ ਜਾਂ ਬੈਤਰਨੀ ਨਦੀ ਦੇ ਰਸਤਿਆਂ ਵਿੱਚੋਂ ਲੰਘਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਮੇਰੇ ਅੰਤःਕਰਨ ਪੱਲੇ ਦੇ ਨਾਲ ਖਰਚ ਬੰਨਿਆ ਹੋਇਆ ਹੈ। ਮਨ ਆਪਣੇ ਕਉ ਮੈਂ ਹਰ ਸਖਾ ਕੀਤ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਮੈਂ ਆਪ ਦੇ ਮਨ ਦਾ ਮਿੱਤਰ ਬਣਾਉਣਾ ਕੀਤਾ ਹੈ। ਸੰਤ ਪ੍ਰਸਾਦ ਭਈ ਮਨ ਨਿਰਮਲ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਮਨ ਆਦਿਕ ਚਾਰੇ ਅੰਤःਕਰਨ ਸ਼ੁੱਧ ਹੋ ਗਏ ਨੇ। ਮਨ ਬੁੱਧ ਚਿਤ ਹੰਕਾਰ ਇਹ ਅੰਤःਕਰਨ ਸ਼ੁੱਧ ਹੋ ਗਏ। ਹਰ ਕਿਰਪਾ ਆਪਣੇ ਕਰ ਲੀਤ ਹਰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਆਪ ਦੇ ਸੇਵਕ ਬਣਾਉਣਾ ਕੀਤਾ ਹੈ, ਕਰ ਲਿਆ ਹੈ। ਸਿਮਰ ਸਿਮਰ ਨਾਨਕ ਸੁਖ ਪਾਇਆ ਜੋ ਪ੍ਰਭੂ ਜੀ ਆਦਿ ਸ਼ੁਰੂ ਵਿੱਚ ਤੇ ਮਹਾਰਾਜ ਕਹਿੰਦੇ ਨੇ ਆਦ ਜੁਗਾਦ ਭਗਤਨ ਕੇ ਮੀਤ ਆਦ ਮੁੱਢ ਤੋਂ ਹੀ ਤੇ ਯੁਗਾਦ ਸਤਿਯੁਗ ਤ੍ਰੇਤਾ ਦੁਆਪਰ ਕਲ ਯੁਗ ਆਦਿਕ ਚੌਹਾਂ ਯੁਗਾਂ ਦੇ ਵਿੱਚ ਭਗਤਾਂ ਦਾ ਮਿੱਤਰ ਹੈ। ਉਸ ਭਗਤਾਂ ਦੇ ਮਿੱਤਰ ਪ੍ਰਭੂ ਜੀ ਦਾ ਸਿਮਰਨ ਯੋਗ ਸੋ ਪਰਮੇਸ਼ਰ ਦਾ ਸਿਮਰਨ ਕਰਕੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ। ਟੋਡੀ ਮਹੱਲਾ ਪੰਜਵਾ ਟੋਡੀ ਰਾਗਨੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ। ਪ੍ਰਭ ਜੀ ਇਹ ਪਰਮੇਸ਼ਰ ਜੀ ਮਿਲ ਮੇਰੇ ਪ੍ਰਾਨ ਤੁਸੀਂ ਮੇਰੇ ਪ੍ਰਾਣ ਸਵਾਸਾਂ ਦਾ ਆਸਰਾ ਰੂਪ ਤੇ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ। ਇਸੇ ਪ੍ਰਕਾਰ ਪ੍ਰਭ ਜੀ ਮਿਲ ਮੇਰੇ ਪ੍ਰਾਨ ਇਹ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਪਰਮੇਸ਼ਰ ਜੀ ਆਪ ਜੀ ਮੈਨੂੰ ਮਿਲਣਾ ਕਰੋ। ਬਿਸਰ ਨਹੀਂ ਨਿਮਖ ਹਿਆਰੇ ਤੇ ਸੋ ਇਹ ਮਹਾਰਾਜ ਇੱਕ ਅੱਖ ਦੇ ਖੋਲ੍ਹਣ ਬੰਦ ਕਰਨ ਜਿੰਨੇ ਸਮੇਂ ਦੇ ਵਿੱਚ ਵੀ ਸਾਨੂੰ ਕਿਰਪਾ ਕਰਕੇ ਭੁੱਲੋ ਨਾ ਜੀ। ਹਮੇਸ਼ਾ ਹੀ ਅਸੀਂ ਤੁਹਾਨੂੰ ਯਾਦ ਰੱਖੀਏ, ਬਿਸਰਤ ਨਾਹੀਂ ਮਨ ਤੇ ਹਰੀ। ਇਹ ਹਰੀ ਸਾਡੇ ਮਨ ਦੇ ਉੱਪਰੋਂ ਆਪ ਕਦੀ ਵੀ ਨਾ ਭੁੱਲੋ। ਸੋ ਮਹਾਰਾਜ ਨੇ ਬੇਨਤੀ ਕਰਨ ਦੀ ਜਾ ਸਿਖਾਈ ਹੈ ਕਿ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚਤ ਨਹੀਂ ਮੂਹ ਲਾਲਨ ਸਿਉ ਪ੍ਰੀਤ ਬਣੀ। ਰਹਾਉ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਆਪਣੇ ਭਗਤ ਕਉ ਪੂਰਨ ਦਾਨ ਆਪ ਦੇ ਭਗਤ ਸੇਵਕ ਨੂੰ ਪੂਰਨ ਸਰੂਪ ਦੀ ਪ੍ਰਾਪਤੀ ਦਾ ਆਨੰਦ ਜਾਂ ਗਿਆਨ ਦਾ ਦਾਨ ਬਖਸ਼ੋ ਕਿ ਮੇਰੇ ਹਿਰਦੇ ਤੋਂ
ਇੱਕ ਨਿਮਖ ਮਾਤਰ ਜਿੰਨੇ ਸਮੇਂ ਦੇ ਵਿੱਚ ਵੀ ਕਿਰਪਾ ਕਰਕੇ ਆਪ ਸਾਨੂੰ ਨਾ ਭੁੱਲੋ ਜੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਖੂਬ ਭਰਮ ਰਾਖ ਮੇਰੇ ਪ੍ਰੀਤਮ। ਇਹ ਵਾਹਿਗੁਰੂ ਅਕਾਲ ਪੁਰਖ ਪਿਆਰੇ ਪਰਮੇਸ਼ਰ ਜੀ, ਮੇਰੇ ਹਿਰਦੇ ਵਿੱਚੋਂ 5 ਪ੍ਰਕਾਰ ਦਾ ਭਰਮ ਖੋ ਦਿਓ, ਮੇਟ ਦੇਵੋ, ਅਰ ਮੇਰੀ ਵਿਕਾਰਾਂ ਤੋਂ ਵੀ ਰੱਖਿਆ ਕਰੋ ਜੀ। ਅੰਤਰ ਜਾਮੀ ਸੁਗੜ ਸੁਜਾਨ। ਇਹ ਸਾਰਿਆਂ ਦੇ ਅੰਤਰ ਜਾਮੀ, ਅੰਦਰ ਦੇ ਜਾਣਨ ਵਾਲੇ, ਸ਼ੁਭ ਗੁਣਾਂ ਦੀ ਸ੍ਰੇਸ਼ਟ ਘਾੜਤਾਂ ਨੂੰ ਕੱਢਣ ਵਾਲੇ, ਸੁਜਾਨ ਉੱਤਮ ਗਿਆਨ ਜਾਂ ਅਪਰੋ ਗਿਆਨ ਦੀ ਦਾਤ ਬਖਸ਼ਣ ਵਾਲੇ, ਇਹ ਮੇਰੇ ਪਿਆਰੇ ਪਰਮੇਸ਼ਰ ਜੀ, ਭਰਮ ਮੇਟ ਕੇ ਤੇ ਵਿਕਾਰਾਂ ਤੋਂ ਮੇਰੀ ਰਕਸ਼ਾ ਕਰੋ ਜੀ। ਹਮਰੀ ਕਰੋ ਹਾਥ ਦੇ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਕੋਟ ਰਾਜ ਨਾਮ ਧਨ ਮੇਰਾ। ਮੇਰੇ ਹਿਰਦੇ ਵਿੱਚ ਆਪ ਜੀ ਦਾ ਨਾਮ ਰੂਪ ਧਨ ਹੀ ਕਰੋੜਾਂ ਰਾਜਾਂ ਦੇ ਸੁਖ ਵਰਗਾ ਹੈ। ਅੰਮ੍ਰਿਤ ਦ੍ਰਿਸ਼ਟ ਧਾਰਹੁ ਪ੍ਰਭ ਮਾਨ। ਇਹ ਪਰਮੇਸ਼ਰ ਜੀ, ਮੇਰੇ ਤੇ ਆਪ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਧਾਰਨਾ ਕਰੋ ਕਿ ਹਰ ਵਕਤ ਆਪ ਜੀ ਨੂੰ ਅਸੀਂ ਮੰਨਦੇ ਰਹੀਏ, ਜਾਂ ਆਪ ਜੀ ਦਾ ਮਾਣ ਸਤਿਕਾਰ ਕਰਕੇ ਹਮੇਸ਼ਾ ਅਸੀਂ ਜਿਉਂਦੇ ਰਹੀਏ। ਸਤਿਗੁਰੂ ਜੀ ਦਾ ਬਚਨ ਹੈ, ਲੋਕ ਵੇਖ ਕੇ ਹੈਰਾਨ ਹੁੰਦੇ ਹਨ ਕਿ ਸਾਨੂੰ ਤਾਂ ਕੋਈ ਬੁਲਾਉਣਾ ਪਸੰਦ ਨਹੀਂ ਕਰਦਾ, ਹਰੇਕ ਵੇਖ ਕੇ ਮੂੰਹ ਪਰਾਂ ਨੂੰ ਕਰ ਲੈਂਦਾ, ਪਰ ਸੰਤਾਂ ਦੇ ਦੁਨੀਆ ਗੋਡੀਆਂ ਹੱਥ ਲਾਉਂਦੀ ਹੈ, ਮੱਥਾ ਟੇਕਦੀ ਹੈ, ਉਹਨਾਂ ਦਾ ਰਸਤਾ ਦੇਖਦੀ ਹੈ, ਉਹਨਾਂ ਦੀ ਉਡੀਕ ਦੇ ਵਿੱਚ ਖੜ੍ਹਦੀ ਹੈ, ਲੈਣ ਦੀ ਲਾਈਨ ਲੱਗੀ ਹੁੰਦੀ, ਅਸੀਂ ਈਰਖਾ ਕਰਨ ਲੱਗ ਪੈਂਦੇ ਹਾਂ। ਪਰ ਇਹ ਗੱਲ ਸਮਝਦੇ ਨਹੀਂ ਵੀ ਜਿਨ੍ਹਾਂ ਨੂੰ ਦੁਨੀਆ ਮੱਥਾ ਟੇਕ ਰਹੀ ਹੈ, ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੰਨਾ ਸਤਿਕਾਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਸਭ ਦੁਨੀਆ ਉਹਨਾਂ ਦੇ ਵਸ ਅਧੀਨ ਕਰ ਦਿੱਤੀ ਹੈ। ਆਪਾਂ ਤਾਂ ਕਦੀ ਦਰਸ਼ਨ ਕਰਨੇ ਵੀ ਪਸੰਦ ਨਹੀਂ ਕੀਤੇ, ਕਦੀ ਮੱਸਿਆ ਸੰਗਰਾਂਦ ਵੀ ਗੁਰੂ ਘਰ ਫੇਰਾ ਨਹੀਂ ਪਾਇਆ। ਅੱਜ ਕੱਲ੍ਹ ਦੇ ਲੋਕ ਜਿਹੜੇ ਨੇ 4 ਕੁ ਕਿਤਾਬਾਂ ਪੜ੍ਹ ਲੈਂਦੇ ਨੇ, ਬਸ ਸਰਟੀਫਿਕੇਟ ਤਾਂ ਤੁਸੀਂ ਪੈਸੇ ਦਿਓ ਅਤੇ ਭਾਵੇਂ MA ਦਾ ਲੈ ਲਓ, ਮਿਲੂਗਾ ਵੀ ਅਸਲੀ। ਉਸ ਤਰ੍ਹਾਂ ਟੋਪੀ ਟਾਪੀ ਪਾ ਕੇ ਫੋਟੋ ਫਾਟੋ ਲਾ ਕੇ ਦੇਣਗੇ, ਭਾਵੇਂ BA ਦਾ ਲੈ ਲਓ। ਅਤੇ ਸਭ ਕੁਛ ਦੁਨੀਆ 'ਚ ਚੱਲਦਾ, ਸਰਟੀਫਿਕੇਟ ਨੇ ਥੋੜ੍ਹਾ ਕੁਛ ਕਰਨਾ ਹੈ। ਗੱਲ ਤਾਂ ਗੁਣ ਹੋਣੇ ਚਾਹੀਦੇ ਨੇ। ਇਹ ਜੋ ਸਾਡੀ ਕਲਾਸ ਹੈ, ਇਹਦੇ ਵਿੱਚ ਪੜ੍ਹਾਈ ਦੀ ਇੰਨੀ ਅਹਿਮੀਅਤ ਨਹੀਂ ਹੈ। ਜੇ ਕੋਈ ਬੰਦਾ ਪੁੱਛੇ ਵੀ ਕਬੀਰ ਜੀ ਨੇ ਕਿਹੜੀ MA ਕੀਤੀ ਸੀਗੀ, ਪਰ MA ਵਾਲਾ ਮੁੰਡਾ ਉਹਨਾਂ ਦੀ ਬਾਣੀ ਦਾ ਪਾਠ ਵੀ ਨਹੀਂ ਕਰ ਸਕਦਾ, ਇੰਨੀ ਮਹਿੰਗੀ ਬਾਣੀ ਹੈ, ਅਰਥ ਕਰਨੀ ਤਾਂ ਬਹੁਤ ਦੂਰ ਦੀ ਬਾਤ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹੜੇ ਰਾਗੀ ਕੋਲੋਂ ਰਾਗ ਸਿੱਖੇ ਸੀਗੇ? ਅੱਜ ਕੱਲ੍ਹ ਤਾਂ ਹਰੇਕ ਜਗ੍ਹਾ 'ਤੇ ਟਿਊਸ਼ਨਾਂ ਚੱਲ ਰਹੀਆਂ ਨੇ। ਸਰਕਾਰ ਦੇ ਵੱਲੋਂ ਵੀ ਸੰਗੀਤ ਵਿਦਿਆਲਿਆਂ ਦਾ ਪ੍ਰਬੰਧ ਕੀਤਾ ਹੋਇਆ। 71 ਸੈਕਟਰ 1/34 ਦੇ ਵਿੱਚ ਹੈ। ਜੇ ਕੋਈ ਪੁੱਛੇ ਵੀ ਗੁਰੂ ਰਾਮਦਾਸ ਮਹਾਰਾਜ ਨੇ ਕਿਹੜੇ ਰਾਗੀ ਕੋਲ ਰਾਗ ਸਿੱਖੇ ਸੀਗੇ, ਕਿੱਥੇ ਉਹਨਾਂ ਕਿਹੜੇ ਸਕੂਲ 'ਚ ਜਾ ਕੇ ਨਾਂ ਦਰਜ ਕਰਾਇਆ, ਕਿਹੜੇ ਕਾਲਜ 'ਚੋਂ ਡਿਗਰੀ ਲਈ, ਪਰ ਬਾਣੀ ਉਹਨਾਂ ਦੀ ਪੜ੍ਹ ਕੇ ਵੇਖੋ ਕਿੰਨੀ ਵੈਰਾਗ, ਪਿਆਰ ਅਤੇ ਮਿਠਾਸ ਅਤੇ ਕਲਾਕਾਰੀ ਸੰਗੀਤ ਦੇ ਵਿੱਚ ਭਿੱਜੀ ਹੋਈ ਹੈ। ਹਰਿ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵਟੀ ਲਾਇਆ, ਕੰਚਨ ਸੋ ਮਿੰਨਾ, ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਮਿੰਨਾ, ਜੈ ਨਾਨਕ ਮਸਕ ਚਕੋਲਿਆ,
ਸਭ ਜਨਮ ਧਨ ਧਨ। ਖੰਡ ਪਾਉਣ ਦੀ ਲੋੜ ਹੀ ਨਹੀਂ, ਬਿਨਾਂ ਹੀ ਖੰਡ ਤੋਂ ਬਾਣੀ ਮਿੱਠੀ ਹੈ। ਜਿਵੇਂ ਅੰਮ੍ਰਿਤ ਹੈ, ਦੁੱਧ ਨੂੰ ਵੀ ਅੰਮ੍ਰਿਤ ਆਖਿਆ ਗਿਆ ਹੈ। ਜਿਹੜੇ ਸਿਆਣੇ ਨੇ ਉਹ ਦੁੱਧ 'ਚ ਮਿੱਠਾ ਨਹੀਂ ਪਾਉਂਦੇ, ਜਿਹੜਾ ਆਪ ਹੀ ਮਿੱਠਾ। ਖੰਡ ਤਾਂ ਹੈ ਹੀ ਜ਼ਹਿਰ ਹੈ, ਕੈਮੀਕਲ ਦੇ ਨਾਲ ਚਿੱਟੀ ਕੀਤੀ ਹੋਈ ਹੈ। ਅਤੇ ਇਸ ਵਾਸਤੇ ਦੁੱਧ ਆਪਣੇ ਆਪ ਜੀ ਮਿਠਾਸ ਵਾਲਾ, ਨਾਲੇ ਤਾਕਤ ਵਾਲਾ ਹੈ। ਇਹ ਉਹ ਮਹਾਰਾਜ ਦੀ ਬਾਣੀ ਖੁਦ ਬ ਖੁਦ ਮਿੱਠੀ ਹੈ, ਉਹਨੂੰ ਬਾਹਰੀ ਖੰਡ ਦੀ ਲੋੜ ਨਹੀਂ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਨ੍ਹਾਂ ਮਹਾਂਪੁਰਖਾਂ ਨੇ ਐਸੇ ਗੁਰੂਆਂ ਦੀ ਬਾਣੀ ਪੜ੍ਹੀ ਹੈ, ਸਤਿਕਾਰ ਕਰਨਾ ਇੱਕ ਕੇਵਲ ਮੱਥਾ ਟੇਕਣਾ ਹੀ ਜਾਂ ਰੁਮਾਲੇ ਚੜਾਉਣਾ ਨਹੀਂ ਹੈ। ਸਤਿਕਾਰ ਸਭ ਤੋਂ ਉੱਤਮ ਇਹ ਹੈ ਕਿ ਜਿਸ ਘਰ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਹੈ, ਘੱਟ ਤੋਂ ਘੱਟ ਇੱਕ ਸ੍ਰੀ ਸਹਿਜ ਪਾਠ ਦਾ 30-31 ਦਿਨਾਂ ਦੇ ਵਿੱਚ ਜਾਂ 40 ਦਿਨਾਂ ਦੇ ਵਿੱਚ ਭੋਗ ਪਾਇਆ ਜਾਵੇ। 40 ਦਿਨ ਦੇ ਹਿਸਾਬ ਨਾਲ 36 ਅੰਗ ਬਣਦੇ ਨੇ। ਜੇ ਮਹੀਨੇ ਬਾਅਦ ਸੰਗਰਾਂਦ ਦੀ ਸੰਗਰਾਂਦ ਪਾਓ ਤਾਂ 50 ਅੰਗ ਬਣਦੇ ਨੇ, ਬਹੁਤੇ ਜ਼ਿਆਦਾ ਨਹੀਂ ਹਨ। ਇਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਨਿਤਨੇਮ ਕਰੀਏ, ਇਹੀ ਸਤਿਕਾਰ ਹੈ। ਕਈ ਮੇਰੇ ਵਰਗੇ ਗੁਟਕੇ ਪੋਥੀਆਂ ਰੱਖ ਕੇ ਅਤੇ ਉਹਦੇ ਤੋਂ ਮਿੱਟੀ ਵੀ ਨਹੀਂ ਝਾੜਦੇ ਹਨ, ਰੁਮਾਲੇ ਵੀ ਨਹੀਂ ਧੋਂਦੇ ਹਨ, ਵਿੱਚ ਚੂਹੀਆਂ ਤੁਰੀਆਂ ਫਿਰਦੀਆਂ, ਮੱਖੀਆਂ ਬੈਠਦੀਆਂ ਰਹਿੰਦੀਆਂ। ਉਹ ਸਤਿਕਾਰ ਨਹੀਂ ਹੈ। ਗੁਰਬਾਣੀ ਨੂੰ ਪੜ੍ਹਨਾ ਉੱਤਮ ਸਤਿਕਾਰ ਹੈ। ਜਿਹੜੇ ਗੁਰਦੁਆਰਿਆਂ 'ਚ ਪਾਵਨ ਸਰੂਪ ਹਨ, ਜੇ 5 ਸਰੂਪ ਨੇ ਅਤੇ 5 ਵਾਰੀ ਪ੍ਰਕਾਸ਼ ਹੋਣ, ਅਤੇ ਇੱਕ ਨਰਮ ਜਿਹਾ ਬਸਤਰ ਲੈ ਕੇ ਵਾਰੀ ਸਭਨਾਂ ਦੀ ਇਕੱਲੇ ਪੱਤਰੇ ਨੂੰ ਥੱਲ ਕੇ ਸੇਵਾ ਕੀਤੀ ਜਾਏ। ਘੱਟ ਤੋਂ ਘੱਟ ਹਫ਼ਤੇ, ਨਹੀਂ ਤਾਂ ਮਹੀਨੇ ਬਾਅਦ ਤਾਂ ਜ਼ਰੂਰੀ ਆ। ਸੋ ਇੰਝ ਜਿਨ੍ਹਾਂ ਸੰਤਾਂ ਨੇ, ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਰੂਪ ਗੁਰਬਾਣੀ ਦਾ ਸਤਿਕਾਰ ਕੀਤਾ ਹੈ। ਸਤਿਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸੱਚੇ ਪਾਤਸ਼ਾਹ ਨੂੰ ਜਿੰਨਾ ਵੀ ਕੋਈ ਮੱਥਾ ਟੇਕੇ, ਜਿੰਨੀਆਂ ਪਰਿਕਰਮਾ ਕਰੇ, ਅਤੇ ਉਹਦੇ ਤੋਂ ਕਈ ਗੁਣਾ ਵੱਧ ਮਹਾਰਾਜ ਦੁਨੀਆ ਕੋਲੋਂ ਮੱਥੇ ਟਿਕਾ ਦਿੰਦਾ ਹੈ। ਇੰਝ ਜੇ ਕੋਈ ਆਪਣਾ ਸਤਿਕਾਰ ਜਾਂ ਆਪਣੀ ਇੱਜ਼ਤ ਚਾਹੁੰਦਾ ਹੈ, ਉਹ ਓਨੀ ਹੀ ਗੁਰੂ ਸਾਹਿਬ ਦੀ ਇੱਜ਼ਤ ਕਰੇ, ਓਨਾ ਹੀ ਮਹਾਰਾਜ ਦਾ ਵੱਧ ਸਤਿਕਾਰ ਕਰੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ, ਕੋਟ ਰਾਜ ਨਾਮ ਧਨ ਮੇਰਾ। ਜੋ ਵਾਹਿਗੁਰੂ ਜੀ ਨੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਬਖਸ਼ਿਆ, ਇਹੀ ਕਰੋੜਾਂ ਰਾਜਾਂ ਦੀ ਸੰਪਤੀ ਦੇ ਸੁਖ ਵਰਗਾ ਹੈ। ਅੰਮ੍ਰਿਤ ਦ੍ਰਿਸ਼ਟ ਧਾਰੂ ਪ੍ਰਭ ਮਾਨ। ਇਹ ਪਰਮੇਸ਼ਰ ਜੀ, ਇਹ ਮੇਰੇ 'ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਧਾਰਨਾ ਕਰੋ ਕਿ ਹਰ ਵਕਤ ਆਪ ਜੀ ਨੂੰ ਅਸੀਂ ਮੰਨਦੇ ਰਹੀਏ, ਹਰ ਵਕਤ ਆਪ ਜੀ ਦਾ ਸਤਿਕਾਰ ਕਰਕੇ ਜਿਉਂਦੇ ਰਹੀਏ। ਹਰ ਵਕਤ ਇਹ ਸਤਿਕਾਰ ਇਹ ਹੈ ਕਿ ਜਿਸ ਵੀ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਹੈ, ਉੱਥੇ ਸ੍ਰੀ ਚੌਰ ਸਾਹਿਬ ਦੀ ਸੇਵਾ ਕੰਪਲਸਰੀ ਹੈ। ਅਸੀਂ ਕਰੀਏ ਭਾਵੇਂ ਨਾ ਕਰੀਏ, ਪਰ ਚੌਰ ਸਾਹਿਬ ਦੀ ਸੇਵਾ ਜ਼ਰੂਰੀ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੇਟਾ ਬਹੁਤ ਜ਼ਿਆਦਾ ਘੱਟ ਹੈ। ਕੋਈ ਮਾੜੀ ਮੋਟੀ ਨਿਆਣਿਆਂ ਦੀ ਕਿਤਾਬ ਵੀ ਖਰੀਦਣੀ ਹੋਏ ਅਤੇ ਤਾਂ ਵੀ ਪਤਾ ਲੱਗ ਜਾਂਦਾ, ਜਦੋਂ ਜੇਬ 'ਚੋਂ ਮਾਇਆ ਜਾਂਦੀ ਹੈ। ਉਸ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਬੜੀ ਘੱਟ ਹੈ। ਪਹਿਲਾਂ ਤਾਂ ਦੁਕਾਨਾਂ ਦੇ ਉੱਪਰ ਊਂ ਰੈਕਾਂ ਦੇ ਵਿੱਚ ਹੀ ਮਹਾਰਾਜ ਸਾਹਿਬ ਦੀ ਅਸਵਾਰੀ ਬਿਰਾਜਮਾਨ ਹੋਈ ਰਹਿੰਦੀ। ਦੁਕਾਨਾਂ ਦੇ ਵਿੱਚ ਹੀ ਜਿਹੜਾ ਮਰਜ਼ੀ ਜਾਂਦਾ 500 ਰੁਪਈਆ ਦੇ ਕੇ ਅਤੇ ਲੈ ਆਉਂਦਾ। ਅਤੇ ਹੁਣ ਵੀ ਭੇਟਾ ਕੋਈ ਇੰਨੀ ਜ਼ਿਆਦਾ ਨਹੀਂ ਹੈ। ਜਿਹੜਾ ਮਰਜ਼ੀ
थोड़ी जी भेटा दे के तो महाराज नूं लिया सकदा। वो जिहड़े सैना सूना वाली कार्रवाई है वो भी राजनीतिक सिफारशी बंदे बड़ा कुछ कर लेंदे ने। जो गुरु महाराज सच्चे पातशाह जी की प्राप्ति है यदी भेटा इन्नी ज़्यादा होनी चाहिए है कि कल्ला बंदा भेटा दे ही ना सके, सारी संगत मिल के ते फिर भेटा दे के गुरु महाराज की प्राप्ति होवे। हर सिस्टम इन्ना औखा ते कठिन होना चाहिए है कि लग पता जाए जिन्हें महाराज का स्वरूप लेना है पूरी उसकी तफशीश, उसकी वीडियोग्राफी, फोटोग्राफी, पूरे अस्थान की सारा कुछ वेख चा के फिर गुरु महाराज का पावन स्वरूप श्री अकाल तख्त साहिब तो प्राप्त होना चाहिए है। घरों घरी गुरु जी महाराज का पावन प्रकाश असीं कर तां लैंदे हां, कई लोग टैचियां च पा के तुरे फिरदे ने। ते सब तो पहला जिस बाबे ने अपना पखंड चलाउणा होवे वो महाराज का स्वरूप प्रकाश करदा, कोई इहदा कानून नहीं बनिया अजे तक। मतलब कोई पुछ नहीं सकता भाई तू अपने घर च महाराज क्यों रखिया है, कोई उसकी कार्रवाई नहीं है। कोई जे सत्कार करे भावें ना करे उहदे ते कोई कानूनी कार्रवाई नहीं है। आपां किसी नूं नहीं कह सकते भी तू रुमाले नहीं चज दे लाए, ये तो मिट्टी घट्टा क्यों पिया, कई संदूक च सांभे हुए ने। आखिर जी बाबा घरों चला गया, लोगों के मन च भरम है पता नहीं साडा सब कुछ ही चला जाना। ये भुलेखा है। जे बाबे नूं सही जगह ते उहदे स्थान ते पहुँचावांगे, सोहणे बड़े सुख आसन वाले कमरे साहिब गुरु घर विच, उहदे नाल साडा कोई नुकसान नहीं, साडा भला होवेगा। तो महाराज का प्रकाश कर लेना बहुत सुखाला है। जिहड़ा भी उठदा है मेरे वर्गा वो चप्पा के जमीन लैके ते गुरुद्वारा बना करता, ना कोई उत्थे सुख आसन ते ना कोई उत्थे बहन की जगह, ना खलोण की जगह, ना कोई लंगर की प्रविजन, निकी जी जगह जिथे हवा भी ना आवे। तो फिर महाराज का प्रकाश करके कोई सेवादार नहीं आप रख सकते, कोई ग्रंथी नहीं रख सकते। जे रखे भी ने तो उन्हां दी लोड़ ना पूरी होने करके पूरा पूरा पहरा नहीं देंदे। तो नगर निवासियों के मन दे विच भी इतना प्यार नहीं हुंदा है कि वह महाराज की हजूरी विच हाज़री भरन। कि हुण जिथे गुरु साहिब का प्रकाश है उत्थे घट तो घट एक सहज पाठ तो जरूरी है, भावें गुरु घर है तो भावें घर है। तो बाकी चौर साहब की सेवा अति जरूरी है। जरूरी तो जिन्ना चिर प्रकाश उन्ना चिर ही है, पर जिन्ना चिर गुरु घर खुला है, संगत आउंदी जांदी है, उन्ना चिर चौर साहब की सेवा जरूरी है। जे संगत की आवाजाही नहीं है तो फिर लॉक होना चाहिए ताकि कोई गैर बंदा बिने पुछे तो आवे जावे ना। असी ख्याल नहीं रखते, जिहड़ा मर्जी कोई आ सकता, जिहड़ा मर्जी जा सकता है, कोई पुछ गिछ नहीं है। इसलिए कई बार तो ना चाहुंदियां होइयां भी गुरु जी के सत्कार दे विच फर्क पै जांदा। इउं हे महाराज सच्चे पातशाह आप दा सत्कार मेरे हिरदे विच वसा दिओ जी। अमृत दृष्ट धारो, आप दी अमृत भरी दृष्टि साडे ते पाउणा करो जी। ते प्रभ मान असीं आप जी दे मान सत्कार करके हमेशा ही जिउंदे रहिए ताकि साडी भी चढ़दी कला रहे। आठ पहर रसना गुण गावे, रसना जबान करके अठे पैर तुहाडी गुणां नूं हमेशा ही गाउंदे रहिए। जस पूर अगाव है समरथ कान, हर हे सर्व शक्तिमान परमेश्वर जी मेरे कन आप जी का जस कीर्तन सुन के पूर्ण तृप्त हो जान, या आप जी का जस सुन के पूरे रहन, भाव किसी की निंदिया उस्तत ना सुनीए। साडे कन्नां दे विच
ਕਿਸੇ ਦੀ ਨਿੰਦਿਆ ਨਾ ਪਾਈ, ਕਿਸੇ ਦੀ ਉਸਤਤੀ ਨਾ ਪਾਈ। ਦੁਨੀਆ ਦਾ ਸੁਭਾਵ ਹੈ, ਮੇਰੀ ਤੁਹਾਡੇ ਨਾਲ ਨਹੀਂ ਬਣੀ ਅਤੇ ਨਾ ਹੀ ਬਣਨ ਦੇ ਚਾਂਸ ਨੇ। ਜਿੱਥੇ ਖਲੋਵਾਂਗਾ ਤੁਹਾਡੀ ਨਿੰਦਿਆ ਕਰਾਂਗਾ। ਜਿਹਦੇ ਨਾਲ ਮੇਰੀ ਬਣੀ ਹੋਈ ਹੈ ਉਹਦੇ ਮੈਂ ਗੁਣ ਗਾਉਂਦੇ ਨਹੀਂ ਥੱਕਾਂਗਾ ਵੀ ਉਹ ਫਲਾਣਾ ਬੰਦਾ ਚੰਗਾ, ਫਲਾਣਾ ਮਾੜਾ। ਮਤਲਬ ਸਾਡਾ ਸੁਭਾਵ ਹੈ, ਜਿਹਦੇ ਨਾਲ ਸਾਡਾ ਸੁਭਾਅ ਮੇਲ ਨਹੀਂ ਖਾਂਦਾ ਆਪਾਂ ਉਹਦੀ ਨਿੰਦਿਆ ਕਰਦੇ ਹਾਂ, ਅਤੇ ਜਿਹਦੇ ਨਾਲ ਸੁਭਾਅ ਮਿਲ ਜਾਂਦਾ ਉਹਦੀ ਉਸਤਤੀ ਕਰਦੇ ਥੱਕਦੇ ਨਹੀਂ। ਬਲਕਿ ਗੁਣ ਅਤੇ ਔਗਣ ਹਰੇਕ ਇਨਸਾਨ ਦੇ ਵਿੱਚ ਮੌਜੂਦ ਹਨ, ਸਾਡੇ 'ਚ ਵੀ ਨੇ, ਪਰ ਸਾਨੂੰ ਖੁਦ ਆਪ ਦਾ ਪਤਾ ਨਹੀਂ ਹੈ, ਸਾਡਾ ਪਤਾ ਦੂਸਰਿਆਂ ਨੂੰ ਹੈ। ਤੋ ਮਹਾਰਾਜ ਨੇ ਹੁਕਮ ਕੀਤਾ ਹੈ ਵੀ ਜੇ ਇਸੇ ਕੰਮ 'ਚ ਲੱਗੇ ਰਹੋ, ਫਿਰ ਬਾਣੀ ਕਦ ਪੜ੍ਹੋਗੇ, ਸਿਮਰਨ ਕਦ ਕਰੋਗੇ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਭਾਨਾ। ਗੁਰੂ ਘਰ ਦੀ ਮਰਜ਼ਾਦਾ ਹੈ ਕਿ ਫਜ਼ੂਲ ਦੀ ਸੋ ਜ਼ਬਾਨ ਕਸਾਈ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਅਤੇ ਉਸਤਤੀ ਦੇ ਵਿੱਚ ਆਪਣਾ ਸਮਾਂ ਖਰਾਬ ਨਹੀਂ ਕਰਨਾ ਹੈ। ਉਸਤਤ ਕਰ ਕਰ ਜੀਵਾਂ। ਜੇ ਉਸਤਤੀ ਕਰਨੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਰਨੀ ਹੈ, ਅਤੇ ਜਾਚ ਸਿੱਖਣੀ ਹੈ ਕਰਨ ਦੀ। ਕੋਈ ਸਾਖੀ ਸਾਨੂੰ ਯਾਦ ਹੋਣੀ ਚਾਹੀਦੀ ਹੈ, ਕੋਈ ਮਹਾਰਾਜ ਦਾ ਸ਼ਬਦ ਜਿੱਥੇ ਬੈਠੀਏ ਗੁਰੂ ਸਾਹਿਬ ਜੀ ਦੀ ਗੱਲ ਤੋਰ ਲਈਏ। ਤੋ ਇਸ ਤਰ੍ਹਾਂ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ। ਕਿਸੇ ਬੰਦੇ ਦੇ ਗੁਣ ਨਹੀਂ ਗਾਉਣੇ, ਕਿਸੇ ਬੀਬੀ ਦੇ ਗੁਣ ਨਹੀਂ ਗਾਉਣੇ। ਅੱਜ ਕੱਲ੍ਹ ਇੱਕੋ ਹੀ ਕੰਮ ਹੈ ਬਸ ਗਾਉਣ ਵਜਾਉਣ ਦਾ ਹੀ। ਅਤੇ ਮਹਾਰਾਜ ਕਹਿੰਦੇ ਨੇ ਵੀ ਜੇ ਗੁਣ ਗਾਉਣੇ ਨੇ ਤਾਂ ਵਾਹਿਗੁਰੂ ਦੇ ਗਾਉਣੇ ਹਨ। ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ। ਜੇ ਗੁਣ ਗਾਵਾਂਗੇ ਤਾਂ ਕੀ ਹੋਵੇਗਾ? ਦੁਨੀਆ ਦੇ ਗੁਣ ਗਾਉਣ ਤੋਂ ਮਨ ਫਿੱਕਾ ਪਵੇਗਾ। ਸੋ ਕਈ ਵਾਰ ਦੁੱਖ ਲੱਗੇਗਾ ਵੀ ਮੈਂ ਤਾਂ ਉਹਨੂੰ ਚੰਗਾ ਕਹਿੰਦਾ ਰਿਹਾ ਅਤੇ ਪਰ ਉਹਨੇ ਮੇਰੇ ਨਾਲ ਧੋਖਾ ਕੀਤਾ ਹੈ। ਪਹਿਲਾਂ ਹੀ ਉਨੀ ਆਸ ਨਾ ਰੱਖੋ। ਕਬੀਰ ਜੀ ਨੇ ਆਖਿਆ ਕਬੀਰ ਆਸਾ ਕਰੀਏ ਰਾਮ ਕੀ, ਉਨੀ ਕੁ ਰੱਖੋ ਜਿੰਨੀ ਕੁ ਰਸ ਬਣਿਆ ਰਹੇ। ਮਾਨੋ ਕੀ ਟੇਕ ਵਰਤੀ ਸਭ ਜਾਣ। ਸੋ ਜੇ ਵਾਹਿਗੁਰੂ ਦੇ ਗੁਣ ਗਾਵਾਂਗੇ, ਦੁਨੀਆ ਦੇ ਗੁਣ ਗਾਉਣ ਤੋਂ ਮਨ ਫਿੱਕਾ ਪਏਗਾ। ਜੇ ਵਾਹਿਗੁਰੂ ਦੇ ਗੁਣ ਗਾਵਾਂਗੇ ਤਾਂ ਗੁਣ ਗਾਵਤ ਹੋਵਤ ਪ੍ਰਗਾਸ, ਮਨ 'ਚ ਬ੍ਰਹਮ ਗਿਆਨ ਦਾ ਚਾਨਣ ਹੋਵੇਗਾ। ਇਸ ਲਈ ਇੱਕੋ ਜਪ ਇੱਕੋ ਸਾਲਾਹੇ, ਇੱਕ ਵਾਹਿਗੁਰੂ ਦਾ ਹੀ ਜਾਪ ਜਪੋ, ਇੱਕ ਪਰਮਾਤਮਾ ਦੀ ਹੀ ਸਲੋਤਾ ਕਰੋ, ਇੱਕ ਵਾਹਿਗੁਰੂ ਦੀ ਸਿਫਤ ਕਰੋ। ਸਿਫਤ ਕਰੀ ਦੀ ਇਕੱਲੇ ਬੈਠ ਕੇ, ਸਲੋਤਾ ਕਰੀ ਦੀ ਹੈ ਜਿਸ ਤਰ੍ਹਾਂ ਹੁਣ ਆਪਾਂ ਕਥਾ ਕਰ ਰਹੇ ਹਾਂ, ਸਾਰਿਆਂ ਨੇ ਮਿਲ ਕੇ ਕਰਨੀ। ਉਹਨੂੰ ਕਹਿੰਦੇ ਸਿਫਤ ਸਲਾਹ। ਇੰਝ ਅੰਤ ਨਾ ਸਿਫਤੀ ਕਹਿਣ ਨਾ ਅੰਤ। ਸੋ ਇੰਝ ਮਹਾਰਾਜ ਦੀ ਸਿਫਤ ਸਲਾਹ ਦੇ ਵਿੱਚ ਹਮੇਸ਼ਾ ਜੁੜੇ ਰਹੀਏ ਔਰ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇੱਕੋ ਜਪ ਇੱਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੇ ਹੀ ਧਰਮਾਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ। ਕੀ ਕਾਰਨ ਹੈ? ਵੀ ਸਿਵਾਏ ਪਰਮੇਸ਼ਰ ਦੇ ਗੁਣਾਂ ਤੋਂ ਉੱਥੇ ਕੁਛ ਵੀ ਨਹੀਂ ਬੋਲਿਆ ਜਾਂਦਾ। ਭਾਈ ਮਨੀ ਸਿੰਘ ਸਾਹਿਬ ਜੀ ਭਾਵੇਂ ਉੱਥੇ ਕਥਾ ਕਰਿਆ ਕਰਦੇ, ਉੱਚੇ ਸੁੱਚੇ ਮਰਜ਼ਾਦਾ ਦੇ ਵਿੱਚ ਪਰਪੱਕ ਅਤੇ ਬੜੇ ਚੜ੍ਹਦੀ ਕਲਾ ਵਾਲੇ ਸਨ। ਸਭ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਬਖਸ਼ਿਸ਼ ਉਹਨਾਂ ਨੇ ਪ੍ਰਾਪਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਦੇ ਲਿਖਾਰੀ। ਉਹ ਕਥਾ ਹੁਣ ਮੰਜੀ ਸਾਹਿਬ ਹੁੰਦੀ, ਪਰ ਦਰਬਾਰ ਸਾਹਿਬ ਨਿਤਨੇਮ ਨਹੀਂ ਕਰਦੇ, ਇਕੱਲਾ ਕੀਰਤਨ ਹੀ। ਕੀਰਤਨ 'ਚ ਚੰਗੇ ਭਲੇ ਬੰਦੇ ਦਾ ਮਨ ਜੁੜ ਜਾਂਦਾ, ਜਿੰਨਾ ਮਰਜ਼ੀ ਵਿਗੜਿਆ ਹੋਵੇ ਮਨ ਬਦੋ ਬਦੀ ਕਾਬੂ 'ਚ ਆ ਜਾਂਦਾ, ਸਾਰਿਆਂ ਨੂੰ ਚੰਗਾ ਲੱਗਦਾ। ਕੋਈ ਉੱਥੇ ਗੱਲ ਵੀ ਨਹੀਂ ਕੀਤੀ ਜਾਂਦੀ। ਮਾੜਾ ਮੋਟਾ ਕੋਈ ਰੌਲਾ ਪਏ, ਸੇਵਾਦਾਰ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਵੀ ਬਾਹਰ ਜਾ। ਸੇਵਾ ਕਰਦਿਆਂ ਵੀ ਸੇਵਾਦਾਰ
ਤੋ ਵਾਹਿਗੁਰੂ ਦਾ ਜਾਪ ਜਪਦੇ ਨੇ। ਇਉਂ ਜਿੰਨਾ ਚਿਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਹਨਾਂ ਚਿਰ ਗੁਰੂ ਜੀ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੀ ਹੁੰਦਾ ਰਹਿੰਦਾ। ਇੱਥੋਂ ਤੱਕ ਵੀ ਕੋਈ ਅਨਾਉਂਸਮੈਂਟ ਵੀ ਨਹੀਂ ਕੀਤੀ ਜਾਂਦੀ। ਉਹ ਵੀ ਪਰਿਕਰਮਾ 'ਚ ਸਪੀਕਰ ਲਾਏ ਨੇ ਵੀ ਬਾਹਰ ਅਨਾਉਂਸਮੈਂਟ ਜੋ ਵੀ ਹੈ ਸੰਗਤ ਦੀ ਕੇਅਰ। ਸੱਚਖੰਡ ਹਰਿਮੰਦਰ ਸਾਹਿਬ ਨਿਰੋਲ ਗੁਰਬਾਣੀ ਦਾ ਕੀਰਤਨ, ਵਾਹਿਗੁਰੂ ਜੀ ਦੇ ਗੁਣ, ਇਸ ਲਈ ਸਭ ਦੁਨੀਆ ਉੱਥੇ ਚੰਗਾ ਸਮਝਦੀ ਹੈ। ਸਾਰੇ ਮੱਥਾ ਟੇਕਦੇ ਨੇ ਕਿਉਂਕਿ ਦੂਜੀ ਗੱਲ ਹੀ ਕੋਈ ਨਹੀਂ। ਇੱਕ ਪਰਮਾਤਮਾ ਦੇ ਘਰ ਦੀ ਗੱਲ ਹੈ। ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਤੇ ਜਦ ਆਪਾਂ ਨਿੰਦਿਆ ਚੁਗਲੀ ਸੁਣਦੇ ਹਾਂ, ਸਮਾਗਮ ਹੁੰਦਾ ਗੁਰਮਤਿ ਦਾ, ਅਤੇ ਜਿਹੜੀ ਪਾਰਟੀ ਉੱਥੇ ਕਾਬਜ਼ ਹੁੰਦੀ ਹੈ ਸਮਾਗਮ ਦੇ ਉੱਪਰ, ਮਤਲਬ ਜਿਨ੍ਹਾਂ ਪੈਸੇ ਲੈ ਕੇ ਸਮਾਗਮ ਕਰਾਇਆ ਹੁੰਦਾ, ਉਸੇ ਹੀ ਪਾਰਟੀ ਦੇ ਬੰਦੇ ਸਟੇਜ 'ਤੇ ਖੜ੍ਹੇ ਜਦ ਆਪਾਂ ਦੇਖਦੇ ਹਾਂ। ਸਾਡੀ ਪਾਰਟੀ ਆ ਦੂਜੀ, ਬੋਲਣ ਦਿਆ ਕੋਈ ਹੋਰ, ਆਪ ਦੇ ਹੱਕ ਦੀ ਗੱਲ ਕਰ ਰਿਹਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਆਪਾਂ ਆਖਦੇ ਵੀ ਆਪਾਂ ਆਪਣੇ ਘਰ ਚੰਗੇ ਹਾਂ ਜੀ। ਅਤੇ ਇਸ ਵਾਸਤੇ ਜੇ ਗੁਰੂ ਦਾ ਪ੍ਰਕਾਸ਼ ਹੈ ਅਤੇ ਗੁਰੂ ਦਾ ਗੁਰਪੁਰਬ ਹੈ ਜਾਂ ਜੋੜ ਮੇਲਾ, ਵੀ ਗੱਲ ਵੀ ਗੁਰੂ ਦੀ ਹੋਵੇ, ਕੋਈ ਐਰਾ ਗੈਰਾ ਬਚਨ ਨਾ ਹੋਵੇ। ਪਰ ਜਿਹੜੀ ਸਟੇਜ ਹੈ ਜੇ ਉਹ ਗੁਰੂ ਦੇ ਨਾਮ 'ਤੇ ਹੈ ਅਤੇ ਉੱਥੇ ਕੇਵਲ ਧਾਰਮਿਕ ਬੰਦੇ ਹੀ ਹੋਣ। ਕਹਿੰਦੇ ਨੇ ਕਿ ਸੰਗਤ ਸੋਭੈ ਵਿਦਿਆਵਾਨ, ਵਿਦਵਾਨਾਂ ਦੇ ਨਾਲ ਸੰਗਤ ਦੀ ਸੋਭਤਾ ਹੈ। ਕਥਾ ਕੀਰਤਨ ਮਹਾਂਪੁਰਖਾਂ ਦੇ ਦਰਸ਼ਨ ਸੰਗਤ ਨੂੰ ਕਰਾਏ ਜਾਣ। ਜੇ ਕੋਈ ਰਾਜਨੀਤਿਕ ਬੰਦਾ ਆਉਂਦਾ ਹੈ ਆਮ ਸੰਗਤ ਦੇ ਵਿੱਚ, ਉਹਦਾ ਸਤਿਕਾਰ ਕਰਨਾ ਕੋਈ ਮਾੜੀ ਬਾਤ ਨਹੀਂ। ਅਤੇ ਉਹ ਆਪਾਂ ਵੱਖਰੇ ਤੌਰ 'ਤੇ ਜਿੰਨਾ ਮਰਜ਼ੀ ਕੋਈ ਕੁਰਸੀ 'ਤੇ ਬਿਠਾ ਕੇ ਉਹਦੇ ਨਾਲ ਗੱਲਾਂ ਕਰੋ, ਜਿੰਨਾ ਮਰਜ਼ੀ ਉਹਦਾ ਅਦਬ ਸਤਿਕਾਰ, ਜਿੰਨੀ ਮਰਜ਼ੀ ਉਹਦੇ ਨਾਲ ਪ੍ਰੇਮ ਸ਼ਰਧਾ ਜਣਾਈਏ, ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕੇਵਲ ਗੁਰੂ ਦੀ ਗੱਲ ਹੋਵੇ। ਮਹਾਰਾਜ ਕਹਿੰਦੇ 8 ਪੈਰ ਰਸਨਾ ਗੁਣ ਗਾਵੇ ਜ਼ਬਾਨ ਕਰਕੇ 8 ਪੈਰ। ਇਹ ਮਹਾਰਾਜ ਅਸੀਂ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ, ਐਸੀ ਆਪ ਦੀ ਸਾਡੇ 'ਤੇ ਕਿਰਪਾ ਹੋਵੇ ਜੀ। ਤੇਰੀ ਸਰਣ ਜੀਵਨ ਕੇ ਦਾਤੇ, ਜਸ ਪੂਰ ਅਗਾਵ ਹੈ ਸਮਰੱਥ ਕਾਨ। ਇਹ ਸਰਬ ਸ਼ਕਤੀਮਾਨ ਪਰਮੇਸ਼ਰ ਰਸਨਾ ਦਾ 8 ਪੈਰ ਤੁਹਾਡੇ ਗੁਣਾਂ ਨੂੰ ਗਾਉਂਦੀ ਰਹੇ, ਅਤੇ ਜਿਹੜੇ ਮੇਰੇ ਕੰਨ ਨੇ ਇਹ ਆਪ ਦਾ ਕੀਰਤਨ ਹੀ ਸੁਣਦੇ ਰਹਿਣ। ਕੀਰਤਨ ਸੁਣ ਕਰਕੇ ਰੱਜ ਜਾਣ, ਤ੍ਰਿਪਤ ਹੋ ਜਾਣ, ਆਪ ਦਾ ਜਸ ਸੁਣਗੇ ਪੂਰੇ ਰਹਿਣ। ਭਾਵ ਕਿਸੇ ਦੀ ਨਿੰਦਿਆ ਉਸਤਤ ਸਾਡੇ ਕੰਨੀ ਨਾ ਪਏ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਇਹ ਮਹਾਰਾਜ ਦਾਤ ਮੈਂ ਤੇਰੇ ਚਰਨਾਂ ਵਿੱਚੋਂ ਪਾਵਾਂ। ਖਾਣਾ ਪੀਣਾ, ਭੋਜਨ ਪਦਾਰਥ, ਲੀੜਾ ਕੱਪੜਾ, ਮਾਇਆ ਤੇ ਲਾਤਾਂ ਤੋਂ ਸਾਨੂੰ ਸਭ ਕੁਛ ਦਿੱਤਾ ਹੋਇਆ ਹੈ। ਇੱਕੋ ਹੀ ਸਾਡੀ ਅਰਦਾਸ ਹੈ ਵੀ ਜੇ ਤੂੰ ਸਾਡੇ 'ਤੇ ਖੁਸ਼ ਪ੍ਰਸੰਨ ਹੈ, ਸਾਨੂੰ ਆਪ ਤੋਂ ਬਗੈਰ ਕਿਸੇ ਦੂਜੇ ਦੇ ਮੱਥੇ ਨਾ ਲਾਈ, ਕਿਸੇ ਹੋਰ ਦੇ ਦਰਸ਼ਨ ਨਾ ਸਾਨੂੰ ਕਰਾਈ, ਆਪ ਦੇ ਦਰਸ਼ਨ ਹੀ ਕਰਦੇ ਰਹੀਏ। ਰਸਨਾ ਨਾਲ ਤੇਰਾ ਨਾਮ ਜਪਦੇ ਰਹੀਏ, ਕੰਨਾਂ ਦੇ ਨਾਲ। ਅਤੇ ਹੇ ਮਹਾਰਾਜ ਗੁਰੂ ਨਾਨਕ ਸਾਹਿਬ ਜੀਓ ਉਸਤਤ ਕਰ ਜੀਵਾਂ, ਆਪ ਦੀ ਉਸਤਤ ਕਰਦੇ ਸੁਣਦੇ ਰਹੀਏ ਜੀ। ਤੇਰੀ ਸਰਣ ਜੀਵਨ ਕੇ ਦਾਤੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਸਭ ਜੀਵਾਂ ਦੇ ਦਾਤੇ, ਮੈਂ ਤੇਰੀ ਸ਼ਰਨ ਓਟ ਵਿੱਚ ਆਇਆ ਹਾਂ। ਸਦਾ ਸਦਾ ਨਾਨਕ ਕੁਰਬਾਨ, ਹਰ ਸਦਾ ਸਦਾ ਆਪ ਜੀ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਟੋਡੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਟੋਡੀ ਰਾਗਨੀ ਵਿੱਚ ਸ਼ੋਭਾਮਣ ਉਪਦੇਸ਼ ਬਖਸ਼ਦੇ ਹਨ। ਪ੍ਰਭ ਤੇਰੇ ਪੱਗ ਕੀ ਧੂਰ, ਅਸੀਂ ਰਾਜਨੀਤਿਕ ਬੰਦਿਆਂ ਦੀਆਂ ਤਾਂ ਚੱਪਲਾਂ ਝਾੜਨ ਤੱਕ ਜਾਂਦੇ ਹਾਂ, ਉਹਨਾਂ ਦੀ ਕਾਰ ਦੀ ਬਾਰੀ ਖੋਲ੍ਹਣ ਤੱਕ ਜਾਂਦੇ ਹਾਂ, ਉਹਨਾਂ ਦੇ ਮਗਰ ਚੱਲਦੇ ਹਾਂ।
पर गुरु महाराज जी का सत्कार नहीं है मन विच। सच्चे पातशाह के चरणों की धूड़ बनी है, साध संगत के चरणों की धूड़ बनी है, जिथों साडा परलोक सवरना है। इस लोक दे विच ते जो भी आपां महाराज नूं छड्ड के किसी दे मगर लगांगे तां जरूरी नहीं भी इत्थे ਉਹਦੀ मदद होवे, इत्थे भी ते परलोक दे विच भी। वाहिगुरू की मदद ਉਹਦਾ ही आसरा। ਇਹ लोक सुखीए परलोक सुहेले, नानक हर प्रभ आपे मिले। इस लई मानु की टेक बिरथी सब जान, देवन को एक है भगवान। उस रब का भजन करिए, ਉਹਦੇ चरणों की तोड़ बनीए, ਜਿਹਦੇ वस ਦੇ ਵਿੱਚ खान सुल्तान सारे बादशाह शाहूकार सब ਉਹਦੇ अधीन ने। महाराज ने बचन किया, कहते गौड़ी महला पंजवा, थिर कर बैसो हर जन प्यारे, सतगुर तुमरे काज सवारे, दुष्ट दूत परमेश्वर मारे, जन की पैज रखी करतारे। रहाओ बादशाह सा सब वस कर दीन, अमृत नाम महारस पीने, निरभो होए भजो भगवान, साध संगत मिल कीनो दान। सरन परे प्रभ अंतर जामी, नानक ओढ़ पकड़ी प्रभ स्वानी। जिन्हें भी शाहूकार ने, जिन्हें भी बादशाह ने, सब महाराज ने अधीन कर दिते। सो ये वाहिगुरु, मैं आपदे चरणों की शरधा रूपी धूड़ चाहुंदा हाँ जी। जाकै वस खान सुल्तान, जाकै वस है सगल जहान। जिस परमात्मा अकाल पुरख वाहिगुरू दे वस दे विच खान, सो छोटे इलाकिਆਂ ਦੇ मालक, सुल्तान ਵੱਡੇ इलाकिਆਂ ਦੇ बादशाह सब ਉਹਦੇ अधीन ने। गौड़ी ग्वारेरी महला पंजवा, जाकै वस खान सुल्तान, जाकै वस है सगल जहान। जाका किया सब किश होए, तिसते बाहर नाही कोए। उस महाराज तो बाहरा कोई भी नहीं है। कहो बेनंती अपने सतगुर पाहे, इसलिए जो भी बेनती करनी है, अरदास करनी है, आपदे सतगुरु के चरणों में करिए। तो संगत के जोड़े झाड़ के अरदास करिए भी हे सच्चे पातशाह कृपा करो, काज तुम्हारे देन माहे, सारे काम गुरु महाराज तुहाडे सवारेगा। जिन्हों मर्जी हुक्म करके, जिसका मर्जी मन प्रेर के ते तुहाडे काम सवारे, ये जिम्मेवारी है, पर उन्होंने मनो जरूर। रहाओ विश्राम दे के फरमाउंदे, सब देव च जाका दरबार। जिन्ने भी दरबार लगते ने राजे महाराजियां दे, कोट कचहरियां लगदियां हन, सबना तो उच्चा उस वाहिगुरू अकाल पुरख गुरु साहब का दरबार है। सचखंड दरबार, महाराज का अकाल तख्त, गुरु साहब का हजूर साहब, केसगढ़ साहब, दमदमा साहब। अजकल बहुत गंदी राजनीति वरती जा रही है। सिखां दे मनां दे विचों श्री अकाल तख्त साहब का सत्कार घटाया जा रहा है। ये सानू सोचना पएगा, समझना पएगा। जे साडे बच्चे गुरु घर के उपर शरधा नहीं रखणगे, जिन्हां सेवादारां ने साडे बच्चिआं नूं सिੱਖੀ सिद्धांतां च परपक्क करन दी शिक्षा देनी है भी काका जी अमृत छको, ਪੰਜਾਂ ਕਾਰਾਂ ਦੀ ਰਹਿਤ ਰੱਖੋ, ਕੇਸ ਨਾ ਘਟਾਓ। ਤੇ ਜੇ ਆਪਾਂ ਉਹਨਾਂ ਦੀ ਬੇਦਬੀ ਦੇ ਬਚਨ ਆਖਾਂਗੇ ਵੀ ਆਪਾਂ ਨਹੀਂ ਮੰਨਦੇ ਜੀ ਅਕਾਲ ਤਖਤ ਨੂੰ, ਆਪਾਂ ਨਹੀਂ ਮੰਨਦੇ ਉਹਨਾਂ ਲੋਕਾਂ ਨੂੰ, ਉਹ ਤਾਂ ਕਾਬਜ ਹੋਏ ਨੇ। ਜਿੱਥੋਂ ਤੱਕ ਮੈਂ ਸਮਝਿਆ ਵੀ ਕਾਬਜ ਕੁਬਜ ਕੋਈ ਨਹੀਂ ਹੁੰਦਾ। ਇਹ ਤਾਂ ਵਾਹਿਗੁਰੂ ਵੱਲੋਂ ਧੁਰ ਦਰਗਾਹ ਤੋਂ ਸੇਵਾ ਲਿਖੀ ਹੁੰਦੀ ਹੈ, ਜਿਹਦੇ ਕਰਮਾਂ 'ਚ ਭਾਗਾਂ 'ਚ ਰੱਬ ਨੇ ਦਿੱਤੀ ਹੋਈ ਹੈ। ਹੁਣ ਜੇ ਆਪਾਂ ਈਰਖਾ ਕਰਾਂਗੇ ਜਾਂ ਵੈਰ ਵਿਰੋਧ ਦੇ ਬਚਨ ਕਰਾਂਗੇ ਜਾਂ ਝਗੜਾ ਉਤਪੰਨ ਕਰਾਂਗੇ, ਸਾਨੂੰ ਤਾਂ ਕੁਛ ਮਿਲ ਨਹੀਂ ਜਾਣਾ। ਜਿਹਦੇ ਕਰਮਾਂ 'ਚ ਰੱਬ ਨੇ ਲਿਖੀ ਹੈ ਉਹਨੂੰ ਮਿਲੀ ਹੋਈ ਹੈ। ਜਿੰਨਾ ਸਮਾਂ ਵਾਹਿਗੁਰੂ ਜੀ ਦਿੰਦਾ, ਉਹਨਾਂ ਸਮਾਂ ਕੋਈ ਸੇਵਾ ਨਿਭਾਉਂਦਾ ਹੈ।
तो इस ਲਈ ਜੇ ਅਸੀਂ ਆਪਣੇ ਬੱਚਿਆਂ ਦੀ ਸ਼ਰਧਾ ਬਣਾਉਣੀ ਜਾਂ ਕੁਝ ਪਾਉਣਾ ਚਾਹੁੰਦੇ ਹਾਂ ਤਾਂ ਗੁਰੂ ਘਰਾਂ ਦੇ ਸਾਨੂੰ ਸ਼ਰਧਾ ਪਿਆਰ ਰੱਖਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਸੱਚਖੰਡ ਹਰਿਮੰਦਰ ਸਾਹਿਬ ਸਿੱਖੀ ਦਾ ਹਿਰਦਾ ਦਿਲ ਹੈ। ਜਿੱਦਣ ਕੀਰਤਨ ਬੰਦ ਹੋ ਗਿਆ ਤੇ ਸਮਝ ਲਓ ਵੀ ਦਿਲ ਧੜਕਣਾ ਖਤਮ ਹੋ ਗਿਆ ਤੇ ਬੰਦਾ ਡੈਡ ਹੈ। ਜਿੰਨਾ ਚਿਰ ਉੱਥੇ ਕੀਰਤਨ ਤੇ ਅੰਮ੍ਰਿਤ ਸਰੋਵਰ ਹੈ ਤੇ ਅਕਾਲ ਤਖਤ ਸਾਹਿਬ ਤੇ ਨਿਸ਼ਾਨ ਝੂਲਦਾ, ਉਹਨਾਂ ਚਿਰ ਸਿੱਖੀ ਦੀ ਜਿਹੜੀ ਪੰਥ ਦੀ ਇਮਾਰਤ ਹੈ ਗੁੰਮਦਾ ਸਮੇਤ ਚੜ੍ਹਦੀ ਕਲਾ 'ਚ ਰਹੂਗੀ ਤੇ ਸਿੱਖ ਪੰਥ ਜਿਉਂਦਾ ਰਹੂਗਾ, ਇਹਦਾ ਦਿਲ ਧੜਕਦਾ ਰਹੂਗਾ, ਨਿਸ਼ਾਨ ਝੂਲਦੇ ਰਹਿਣਗੇ। ਤੇ ਜਿੱਦਣ ਇਹ ਸਿਧਾਂਤ ਆਪਾਂ ਖਤਮ ਕਰ ਦਿੱਤੇ ਮਨ 'ਚੋਂ ਸਤਿਕਾਰ, ਤਾਂ ਸਾਡੇ 'ਚੋਂ ਵੀ ਸਿੱਖੀ ਉੱਡ ਜਾਊਗੀ। ਇਸ ਲਈ ਸਾਨੂੰ ਸੋਚਣਾ ਪਏਗਾ। ਉਹਨਾਂ ਲੋਕਾਂ ਨੇ ਜੋ ਕੁਝ ਸੋਚਿਆ ਸੀ ਸੋ ਕਰਕੇ ਦਿਖਾ ਦਿੱਤਾ ਹੈ। ਤੇ ਇਸ ਵਾਸਤੇ ਇਹ ਆਪਾਂ ਨੇ ਹੁਣ ਦੇਖਣਾ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰਾ ਦਰਬਾਰ ਹੈ, ਇਹ ਸਭ ਤੋਂ ਉੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹੋ, ਨਿਸ਼ਚਲ ਚੌਰ ਛਤ। ਜਿੰਨੇ ਕੋਟ ਕਚਹਿਰੀਆਂ ਸਭ ਥੱਲੇ ਨੇ, ਜਿੰਨੇ ਮੰਤਰੀ ਸ਼ੰਤਰੀ ਸਭ ਥੱਲੇ ਨੇ, ਮਹਾਰਾਜ ਦਾ ਦਰਬਾਰ ਸਭ ਤੋਂ ਉੱਚਾ ਹੈ। ਸਿਰ ਸਾਹਾ ਪਾਤਸ਼ਾਹੋ, ਨਿਸ਼ਚਲ ਚੌਰ ਛਤ। ਪੌੜੀ, ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਣ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ, ਤੇਰਾ ਕਰ ਭਲਾ। ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਾਨ ਮਹੰਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਦ ਕਤਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਕੋਰਟ ਕਚਹਿਰੀਆਂ 'ਚ ਨਿਆਂ ਨਹੀਂ ਹਨ, ਫੈਸਲੇ ਹੁੰਦੇ ਨੇ। ਪਰ ਕਈ ਵਾਰ ਮੌਤ ਦੀ ਸਜ਼ਾ ਦੇਣ ਤੋਂ ਕਈਆਂ ਨੂੰ ਰੋਣਾ ਵੀ ਪੈਂਦਾ। ਪਰ ਜਿਹੜਾ ਮਹਾਰਾਜ ਦਾ ਦਰਬਾਰ ਹੈ, ਇੱਥੇ ਕੋਈ ਰੋਂਦਾ ਆਵੇ ਤਾਂ ਵੀ ਹੱਸਦਾ ਜਾਂਦਾ। ਇੱਥੇ ਪੂਰਾ ਪੂਰਾ ਨਿਆਂ ਹੈ, ਪੂਰਾ ਨਿਆਂ ਕਰੇ ਕਰਤਾਰ। ਜੇ ਕੋਈ ਗਲਤੀ ਕਰਦਾ ਵੀ ਹੈ ਤੇ ਉਹਨੂੰ ਮਾੜਾ ਮੋਟਾ ਉਦਾਸੀ ਆਉਂਦੀ, ਉਹਦੇ 'ਚ ਉਸ ਦਾ ਭਲਾ ਹੋ ਜਾਂਦਾ। ਇੱਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਝੂਠੀਆਂ ਗਵਾਹੀਆਂ ਲੈ ਕੇ ਵੀ ਫਲਾਣੇ ਨੂੰ ਫਾਂਸੀ 'ਤੇ ਲਾ ਦਿਓ। ਝੂਠੇ ਦੀ ਗਵਾਹੀ ਲੈ ਕੇ ਉਹਨੂੰ ਸੱਚਾ ਬਣਾ ਦੇਣਾ ਅਤੇ ਸੱਚੇ ਨੂੰ ਫਾਂਸੀ 'ਤੇ ਲਾ ਦੇਣਾ। ਇਸ ਕਚਹਿਰੀ ਦੇ ਵਿੱਚ ਪੂਰਾ ਪੂਰਾ ਸੱਚਾ ਨਿਆਂ ਹੁੰਦਾ। ਅਤੇ ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਡੰਡ ਜੇ ਮਿਲਦਾ ਤਾਂ ਪਾਪੀਆਂ ਨੂੰ ਮਿਲਦਾ, ਧਰਮੀ ਬੰਦਿਆਂ ਦਾ ਜੈ ਜੈਕਾਰ ਹੁੰਦਾ। ਤੇਰਾ ਘਰ ਆਨੰਦ, ਇੱਥੇ ਕੋਈ ਵੀ ਪਰਿਵਾਰ ਰੋਂਦਾ ਨਹੀਂ ਹੈ ਵੀ ਮੇਰੇ ਮੈਂਬਰ ਨੂੰ ਆਹ ਸਜ਼ਾ ਲਾਤੀ ਜਾਂ ਉਹ ਹੋ ਗਿਆ। ਜੇ ਮਾੜਾ ਮੋਟਾ ਕੁਛ ਹੁੰਦਾ, ਸਜ਼ਾ ਅਧਿਕ ਲੱਗਦੀ ਤਾਂ ਉਹਦੇ 'ਚ ਜੀਵ ਦਾ ਭਲਾ ਹੋ ਜਾਂਦਾ। ਅਤੇ ਇਸ ਵਾਸਤੇ ਤੇਰਾ ਘਰ ਆਨੰਦ, ਇੱਥੇ ਸਾਰੇ ਆਨੰਦ ਹੀ ਆਨੰਦ ਹੈ। ਵਧਾਈ ਤੁਧ ਘਰ, ਇੱਥੇ ਹਮੇਸ਼ਾ ਵਧਾਈਆਂ ਮਿਲਦੀਆਂ ਨੇ। ਕੋਈ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਨਾ ਦੁੱਖ ਹੈ ਨਾ ਕਲੇਸ਼ ਹੈ। ਜਿਹੜੇ ਦੂਜੇ ਕੋਰਟ ਕਚਹਿਰੀਆਂ ਵਾਲੇ, ਉੱਥੇ ਜੀਵ ਲੁੱਟਿਆ ਪੁੱਟਿਆ ਜਾਂਦਾ, ਜ਼ਮੀਨਾਂ ਵਿਕ ਜਾਂਦੀਆਂ, ਪੈਸੇ ਬਰਬਾਦ ਹੋ ਜਾਂਦੇ, ਫਿਰ ਵੀ ਨਿਆਂ ਨਹੀਂ ਮਿਲਦਾ। ਇੱਥੇ ਪੈਸੇ ਬਰਬਾਦ ਨਹੀਂ ਹੁੰਦੇ। ਤੁਸੀਂ ਭੁੱਖੇ ਆਓਗੇ ਅਤੇ ਰੱਜੇ ਜਾਓਗੇ, ਪੰਡਾਂ ਭਰ ਕੇ ਘਰ ਨੂੰ ਲਿਜਾਓਗੇ। ਇੱਥੇ ਕੋਈ ਰਿਸ਼ਵਤ ਨਹੀਂ ਹੈ। ਇੱਥੇ ਸੱਚੇ ਬੰਦੇ ਦੀ ਅਰਦਾਸ ਮਹਾਰਾਜ ਸੁਣਦਾ ਅਤੇ ਖੁਸ਼ੀ ਦੇ ਨਾਲ, ਮਾਇਆ ਤੇਲੇ ਨਾਲ, ਪਦਾਰਥਾਂ ਦੇ ਨਾਲ ਮਾਲੋ ਮਾਲ ਕਰਕੇ ਘਰਾਂ ਨੂੰ ਤੋਰਦਾ ਹੈ। ਐਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਵੀ ਆਉਂਦੇ, ਫਟੇ ਪੁਰਾਣੇ ਕੱਪੜੇ ਹੁੰਦੇ, ਭੁੱਖੇ ਨੰਗੇ, ਬੜੀ ਬੁਰੀ ਹਾਲਤ ਗਰੀਬੀ ਦੇ ਵਿੱਚ ਜਦੋਂ ਮਹਾਰਾਜ ਨੂੰ ਕਵਿਤਾਵਾਂ ਸੁਣਾਉਂਦੇ, ਗੁਰੂ ਸਾਹਿਬ ਇੰਨੇ ਪ੍ਰਸੰਨ ਹੁੰਦੇ, ਉਹਨਾਂ ਨੂੰ ਮੋਹਰਾਂ ਦੀਆਂ ਥੈਲੀਆਂ, ਖੁਰਜੀਆਂ ਅਤੇ ਹਾਥੀ ਘੋੜੇ ਦੇ ਕੇ ਰਾਜੇ ਮਹਾਰਾਜ ਦੀ ਤਰ੍ਹਾਂ ਸ਼ਾਨੋ ਸ਼ੌਕਤ ਦੇ ਨਾਲ ਘਰ ਨੂੰ ਤੋਰਦੇ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਹਨੇ ਰਾਜ ਭਾਗ ਕਾਇਮ ਕੀਤਾ ਅਤੇ ਕਦੀ ਵੀ ਉਹ ਤਖਤ ਲਾ ਕੇ ਨਹੀਂ ਬੈਠਾ, ਕੁਰਸੀ 'ਤੇ ਬਹਿੰਦਾ ਹੁੰਦਾ ਸੀਗਾ। ਕਹਿੰਦਾ ਤਖਤ ਹੈ ਗੁਰੂ ਰਾਮਦਾਸ ਜੀ ਦਾ, ਜਿੱਥੇ ਬੈਠਣਾ ਕੁਰਸੀ ਦਾ ਮੂੰਹ ਕਹਿਣਾ ਮਹਾਰਾਜ ਗੁਰੂ ਰਾਮਦਾਸ ਵੱਲ ਕਰੋ। ਮੈਂ ਤਾਂ ਉਹਨਾਂ ਦਾ ਨਿਮਾਣਾ ਜਿਹਾ ਸਿੱਖ ਹਾਂ। ਅਤੇ ਕਦੀ ਵੀ ਉਹਨੇ ਆਪਣਾ ਰਾਜ ਨਹੀਂ ਸਮਝਿਆ।
ਇਹ ਨਹੀਂ ਕਿਹਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹਨੇ ਨਾਮ ਰੱਖਿਆ ਖਾਲਸਾ ਰਾਜ। ਖਾਲਸੇ ਰਾਜ ਦੀ ਉਹ ਮੋਹਰ ਬਣਾਈ। ਅਜੇ ਵੀ ਦੁਨੀਆ ਖਾਲਸਾ ਰਾਜ ਦਾ ਸਿੱਕਾ ਮੰਨਦੀ ਹੈ। ਜੇ ਉਹਨੇ ਸਿੱਕਾ ਚਲਾਇਆ ਤਾਂ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਸਿੱਕਾ ਚਲਾਇਆ, ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਸਿੱਕਾ ਚਲਾਇਆ। ਔਰ ਉਹਦਾ ਰਿਕਾਰਡ 40 ਸਾਲਾਂ ਦੇ ਦੌਰਾਨ ਉਹਨੇ ਕਦੀ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਅਤੇ ਕਿਸੇ ਵੀ ਧਰਮ ਦਾ ਕੋਈ ਬੰਦਾ ਆ ਜਾਏ ਉਹਦੀ ਹੱਦੋਂ ਵੱਧ ਮਦਦ ਕਰਦਾ, ਅਤੇ ਬਹੁਤ ਦਿਆਲੂ ਸੀਗਾ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਜ਼ਾਦਾ ਹੈ। ਕਹਿੰਦੇ ਹਨ ਸਭ ਤੇ ਊਚ ਜਾਕਾ ਦਰਬਾਰ, ਸਗਲ ਭਗਤ ਜਾਕਾ ਨਾਮ ਆਧਾਰ, ਸਰਬ ਵਿਆਪਤ ਪੂਰਨ ਧਨੀ, ਜਾਕੀ ਸ਼ੋਭਾ ਘਟ ਘਟ ਬਣੀ, ਜਿਸ ਸਿਮਰਤ ਦੁਖ ਡੇਰਾ ਢਾਹੈ, ਜਿਸ ਸਿਮਰਤ ਜਮ ਕਿਛੂ ਨ ਕਹਿ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਣ ਤਰੇ, ਸੰਤ ਸਭਾ ਕੋ ਸਦਾ ਜੈਕਾਰ। ਜੇ ਜੈ ਜੈਕਾਰ ਕਰਨੀ ਹੈ ਤਾਂ ਕਿਸੇ ਹੋਰ ਇਨਸਾਨ ਦੀ ਨਹੀਂ, ਸੰਤਾਂ ਦੀ ਸਭਾ ਦੀ ਜੈ ਜੈਕਾਰ ਕਰੋ। ਧਨ ਹੈ, ਧਨ ਹੈ, ਧਨ ਹੈ ਗੁਰੂ ਕੀ ਸਾਧ ਸੰਗਤ ਜੀ, ਧਨ ਹੈ ਗੁਰੂ ਕਾ ਖਾਲਸਾ ਪੰਥ, ਧਨ ਹੈ ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਖੋ ਨਾਮ ਨਿਵਾਸ। ਇਸ ਲਈ ਸੋ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਪ੍ਰਭ ਜੀ ਪ੍ਰਭ ਤੇਰੇ ਪਾਕੀ ਧੂਰ, ਪ੍ਰਭ ਤੇਰੇ ਪਗ ਕੀ ਧੂਰ। ਇਹ ਪਰਮੇਸ਼ਰ ਮੈਂ ਤੇਰੇ ਚਰਨਾਂ ਦੀ ਸ਼ਰਧਾ ਰੂਪ ਧੂੜ ਚਾਹੁੰਦਾ ਹਾਂ, ਕਿਸੇ ਹੋਰ ਅੱਗੇ ਨਾ ਮੈਨੂੰ ਝੁਕਣਾ ਪਏ। ਇੱਥੇ ਜਿੰਨੇ ਮਰਜ਼ੀ ਮੱਥੇ ਟਿਕਾ ਲਾ। ਦੀਨ ਦਿਆਲ ਪ੍ਰੀਤਮ ਮਨ ਮੋਹਨ। ਇਹ ਗਰੀਬਾਂ ਤੇ ਦਇਆ ਕਰਨ ਵਾਲੇ, ਸਾਰਿਆਂ ਦੇ ਮਨ ਨੂੰ ਮੋਹਿਤ ਕਰਨ ਵਾਲੇ, ਭਗਤਾਂ ਦੇ ਮਨ 'ਚੋਂ ਮੋਹ ਨੂੰ ਹਰਨ ਮੇਟਣ ਵਾਲੇ ਪਰਮ ਅਸਪਦ ਰੂਪ ਪਿਆਰੇ ਪਰਮੇਸ਼ਰ ਜੀ, ਕਰ ਕਿਰਪਾ ਮੇਰੀ ਲੋਚਾ ਪੂਰ। ਕਿਰਪਾ ਕਰ ਤੇ ਮੇਰੀ ਇੱਛਾ ਪੂਰੀ ਕਰ ਦੇ। ਕਿਹੜੀ ਇੱਛਾ? ਆਪਦੇ ਸਰੂਪ ਦੀ ਪ੍ਰਾਪਤੀ ਦੀ ਇੱਛਾ। ਵਿਸ਼ਰਾਮ ਦੀ ਕਰ ਫਰਮਾਉਂਦੇ ਨੇ, ਦਹ ਦਿਸ ਰਵ ਰਹਿਆ ਜਸ ਤੁਮਰਾ। ਆਪ ਦਾ ਜਸ ਹੈ ਜਿਹੜਾ ਉਹ ਦਸਾਂ ਦਿਸ਼ਾਵਾਂ ਦੇ ਵਿੱਚ ਵਿਆਪਕ ਹੋ ਰਿਹਾ, ਪਾ ਫੈਲ ਰਿਹਾ ਹੈ। ਅੰਤਰ ਜਾਮੀ ਸਦਾ ਹਜੂਰ। ਇਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਪਰਮੇਸ਼ਰ ਜੀ, ਤੂੰ ਹਮੇਸ਼ਾ ਸਾਰਿਆਂ ਜੀਵਾਂ ਦੇ ਸਾਹਮਣੇ ਭਾਵ ਅੰਗ ਸੰਗ ਰਹਿੰਦਾ ਹੈ। ਜੋ ਤੁਮਰਾ ਜਸ ਗਾਵਹਿ ਕਰਤੇ। ਇਹ ਸ੍ਰਿਸ਼ਟੀ ਨੂੰ ਰਚਨ ਹਰ ਪਰਮੇਸ਼ਰ, ਜਿਹੜੇ ਤੁਹਾਡੇ ਜਸ ਕੀਰਤਨ ਨੂੰ ਗਾਉਂਦੇ ਹਨ। ਸੇ ਜਨ ਕਬਹੁ ਨਾ ਮਰਤੇ ਝੂਰ। ਉਹ ਜਿਹੜੇ ਪੁਰਸ਼ ਨੇ ਕਦੇ ਵੀ ਝੋਰਿਆਂ 'ਚ ਪੈ ਕੇ ਨਹੀਂ ਮਰਦੇ, ਭਾਵ ਕਿ ਉਹ ਉਦਾਸ ਨਹੀਂ ਰਹਿੰਦੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹਮੇਸ਼ਾ ਆਨੰਦ ਦੇ ਸਹਿਤ ਬਾਗੋ ਬਾਗ ਰਹਿੰਦੇ, ਮਨ ਖਿੜਿਆ ਹਰਿਆ ਬਾਗ। ਕਦੀ ਕਿਸੇ ਨਿਹੰਗ ਨੂੰ ਤੁਸੀਂ ਰੋਂਦਾ ਨਹੀਂ ਵੇਖਿਆ ਹੋਊਗਾ, ਕਿਤੇ ਹੱਥ ਅੱਡ ਕੇ ਮੰਗਦਾ ਨਹੀਂ ਵੇਖਿਆ ਹੋਊਗਾ। ਭਾਵੇਂ ਕੁਛ ਵੀ ਨਾ ਉਹਨਾਂ ਦੇ ਕੋਲ ਜਕਾਰੇ ਛੱਡੀ ਜਾਣਗੇ, ਕਹਿਣਗੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ, ਐ ਮਸਤੀ ਮਾਰਨਗੇ ਵੀ ਜਿਸ ਤਰ੍ਹਾਂ ਬੜਾ ਮਹਾਰਾਜ ਨੇ ਸ਼ਹਿਨਸ਼ਾਹ ਬਣਾਇਆ ਹੁੰਦਾ। ਤਾਂ ਐਸੀ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ, ਅਤੇ ਕਿਸੇ ਦੀ ਮਜਾਲ ਨਹੀਂ ਵੀ ਕੋਈ ਕਰਕੇ ਬੁਲਾ ਜੇ। ਸਾਰੇ ਸਿੰਘ ਸਾਹਿਬ ਕਹਿਣਗੇ, ਨਾਲ ਸਿੰਘ ਵੀ ਨਾਲ ਸਾਹਿਬ ਵੀ। ਤੋ ਐਸੀ ਮਹਾਰਾਜ ਦੀ ਬਖਸ਼ਿਸ਼ ਹੈ। ਕੁਦਰਤੀ ਤਾਜ ਜਿਹੜਾ ਗੁਰੂ ਸਾਹਿਬ ਨੇ ਦਸਤਾਰਾ ਦਿੱਤਾ ਫਰਲੇ ਵਾਲਾ, ਅਤੇ ਜਿਹੜਾ ਬਾਣਾ ਦਿੱਤਾ ਹੈ, ਇਹ ਚੋਗੇ ਦੀ ਬਰਾਬਰੀ ਕਿਸੇ ਸ਼ਹਿਨਸ਼ਾਹ ਨੇ ਕਰ ਲੈਣੀ ਹੈ। ਇਹ ਕਲਗੀਧਰ ਦੀ ਬਖਸ਼ਿਸ਼ ਹੈ। ਮੋਹੇ ਗਰੀਬ ਕੋ ਲੇਹੁਰ ਲਾਏ। ਸੋ ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੰਦ ਬੰਦ ਬਿਨਸੇ ਮਾਇਆ ਕੇ। ਖਾਲਸਾ ਹਮੇਸ਼ਾ ਪ੍ਰਸੰਨ ਰਹਿੰਦਾ ਉਹਨਾਂ ਦੇ ਹਿਰਦੇ 'ਚੋਂ, ਕਿਉਂਕਿ ਮਾਇਆ ਦੇ ਬੰਧਨ ਪਾਉਣ ਵਾਲੇ ਸਾਰੇ ਧੰਦੇ ਨਾਸ਼ ਹੋ ਗਏ ਹਨ। ਦੁਨੀਆ ਧੰਦਿਆਂ 'ਚ ਫਸ ਕੇ ਰੋਂਦੀ ਹੈ। ਮੱਕੜੀ ਆਪਣੇ ਜਾਲ 'ਚ ਫਸ ਜਾਂਦੀ ਹੈ, ਫਿਰ ਕਲਪਦੀ ਹੈ। ਇਉਂ ਆਪਦੇ ਹੀ ਜੰਜਾਲਾਂ ਦੇ ਵਿੱਚ ਫਸ ਕੇ ਲੋਕ ਰੋਂਦੇ ਨੇ। ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਖਾਲਸਾ ਕਿਸੇ ਜੰਜਾਲ 'ਚ ਨਹੀਂ ਫਸਦਾ, ਉਹ ਧਰਮ ਕਮਾਉਂਦਾ।
इस ਲਈ साधु संगत मिटे बेसूर। ਮਾਇਆ ਦੇ ਬੰਧਨ ਪਾਉਣ ਵਾਲੇ ਸਾਰੇ ਧੰਦੇ ਵੀ ਨਾਸ਼ ਹੋ ਗਏ ਤੇ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਅਗਿਆਨ ਆਦਿਕ ਦੁੱਖ ਵੀ ਮਿਟ ਗਏ ਉਹਨਾਂ ਦੇ, ਜਾਂ ਵਿਸ਼ੇਸ਼ ਕਰਕੇ ਸੂਲ ਆਦਿਕ ਰੋਗ ਵੀ ਮਿਟ ਗਏ। सुख संपत भोग इस जिया के। ਇਹ ਜੀਵ ਦੇ ਜੋ ਹਾਥੀ ਘੋੜੇ ਆਦਿਕ ਸੰਪਦਾ ਦੇ ਤੇ ਵਿਸ਼ਿਆਂ ਦੇ ਭੋਗਣ ਦੇ ਸੁਖ ਮੰਨੇ ਹੋਏ ਹਨ। बिन हर नानक जाने कूर। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਕਥਨ ਕਰਦੇ ਹੈ ਕਿ ਉਹਨਾਂ ਨਾਮ ਜਪਣ ਵਾਲੇ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਜਾਣੇ ਨੇ। ਝੂਠੇ ਕੀਰੇ ਝੂਠ ਪ੍ਰੀਤ। ਉਹਨਾਂ ਨੇ ਸਮਝ ਲਿਆ ਹੈ ਕਿ ਦੁਨੀਆ ਦੇ ਹਾਥੀ ਘੋੜੇ ਧਨ ਪਦਾਰਥ ਜ਼ਮੀਨ ਜਾਇਦਾਦ ਰੱਬ ਦੇ ਨਾਮ ਤੋਂ ਬਗੈਰ ਝੂਠੀ ਹੈ, ਨਾਸ਼ਵੰਤ ਹੈ, ਕਿਉਂਕਿ ਪਰਲੋਕ ਦੀ ਕਰੰਸੀ ਵਾਹਿਗੁਰੂ ਦਾ ਨਾਮ ਹੈ। ਇੱਥੋਂ ਦੀ ਕਰੰਸੀ ਆਪਾਂ ਇਹ ਮੰਨ ਸਕਦੇ ਹਾਂ ਤੋ ਉਹ ਵੀ ਕੁਛ ਦਿਨਾਂ ਦੀ ਪ੍ਰਾਹੁਣੀ ਹੈ। ਤੋ ਇਸ ਲਈ ਗੁਰਮੁਖਾਂ ਨੇ ਗੁਰੂ ਸਾਹਿਬ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾਮ ਜਪਿਆ, ਬਾਣੀ ਦੀ ਕਮਾਈ ਕੀਤੀ ਹੈ। ਤਾਈਓ ਆਪਾਂ ਉਹਨਾਂ ਦੇ ਸਥਾਨ ਦੇ ਆ ਕੇ ਜੋੜ ਮੇਲਾ ਕਰਦੇ ਹਾਂ। ਕਿਸੇ ਨੇ ਲਿਖਿਆ ਸ਼ਹੀਦੋਂ ਕੀ ਚਿਤਾਓਂ ਪੇ लगेंगे हर वर्ष मेले। ਤੇ देश पर या वतन पर या धर्म पर मर मिटने वालों का यहीं बाकी निशान होगा। ਤੇ ਲੱਗਦੇ ਵੀ ਸਾਲ ਬਾਅਦ ਵੇਖੇ ਸੀਗੇ। ਇੱਥੇ ਆ ਕੇ ਇਹ ਵੇਖਿਆ ਤੇ ਪੰਕਤੀ ਝੂਠੀ ਜਾਪਦੀ ਹੈ। ਇੱਥੇ ਡੇਲੀ ਮੇਲੇ ਲੱਗਦੇ ਹਨ, ਪਰ ਸਾਰੇ ਦਿਨ ਵੀ ਤੇ ਰਾਤ ਵੀ ਇੱਥੇ ਜੋੜ ਮੇਲਾ ਹਮੇਸ਼ਾ ਹੀ ਸੰਗਤ ਦੀ ਆਵਾਜਾਈ ਲੱਗੀ ਰਹਿੰਦੀ ਹੈ, ਕਿਉਂਕਿ ਇਹਨਾਂ ਗੁਰਮੁਖਾਂ ਨੇ ਮਹਾਰਾਜ ਦੇ ਨਾਮ ਨੂੰ ਕਮਾਇਆ, ਬਾਕੀ ਸਭ ਨੂੰ ਝੂਠ ਮੰਨ ਕੇ ਧਰਮ ਨੂੰ ਸੱਚ ਮੰਨਿਆ। ਜਿਸ ਕਰਕੇ ਅੱਜ ਵੀ ਇਹਨਾਂ ਦੀ ਜੈ ਜੈਕਾਰ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ। ਆਓ ਅਰਦਾਸ ਕਰੀਏ ਸ਼ਹੀਦਾਂ ਦੇ ਸਥਾਨ ਦੇ ਵੀ ਸਾਨੂੰ ਵੀ ਕਿਨਕਾ ਏਕ ਜਿਸ ਦੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਉਪਦੇਸ਼ ਦਾ ਕਿਨਕਾ ਹਿਰਦੇ 'ਚ ਵਸ ਜਾਏ ਅਤੇ ਗੁਰੂ ਸਾਹਿਬ ਦੀ ਖੁਸ਼ੀ ਮਿਲੇ। ਭੁੱਲ ਚੁੱਕ ਮਾਫ ਕਰੋਗੇ ਤੋ ਸਮਤ ਬਖਸ਼ੋ ਜੀ। ਧੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ। ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ